ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਦੀ ਚੈਨਲ। ਸੋ ਅੱਜ ਆਪਾਂ ਕਰਨ ਜਾ ਰਹੇ ਹਾਂ ਕਲਾਸ 9th ਫਿਜ਼ਿਕਸ ਦਾ ਚੈਪਟਰ ਨੰਬਰ 12 ਦੈਟ ਇਜ਼ ਸਾਊਂਡ। ਤਾਂ ਅਗਰ ਆਪਾਂ ਸਾਊਂਡ ਦੀ ਗੱਲ ਕਰੀਏ, ਸਾਊਂਡ ਆਪਾਂ ਨੂੰ ਬਹੁਤ ਸਾਰੇ ਸੋਰਸਿਸ ਤੋਂ ਰਿਸੀਵ ਹੁੰਦੀ ਹੈ। Every day we hear sound from various sources like humans, birds, bells, machines, television, radio, है ना। So sound basically है कि sound is a form of energy। Sound एक तरह ਦੀ एनर्जी है जो कि अपने ears ਦੇ ਵਿੱਚ ਜਾ ਕੇ ਆਪਾਂ ਨੂੰ ਸੈਂਸੇਸ਼ਨ ਦਿੰਦੀ ਹੈ ਹੀਅਰਿੰਗ ਦੀ, ਕਿ ਆਪਾਂ ਕੁਝ ਸੁਣ ਪਾਉਂਦੇ ਹਾਂ। ਬੇਸਿਕਲੀ ਆਪਣੇ ਕੋਲ ਬਹੁਤ ਸਾਰੀਆਂ ਐਨਰਜੀਜ਼ ਨੇ, ਜਿਵੇਂ ਕੈਮੀਕਲ ਐਨਰਜੀ, ਮਕੈਨੀਕਲ ਐਨਰਜੀ, ਪੋਟੈਂਸ਼ੀਅਲ ਐਨਰਜੀ, ਹੈ ਨਾ। ਸੋ ਅੱਜ ਜੋ ਆਪਾਂ ਗੱਲ ਕਰਾਂਗੇ ਸਾਊਂਡ ਐਨਰਜੀ ਦੇ ਬਾਰੇ, ਕਿ ਕਿਵੇਂ ਇਹ ਹੈ, ਕਿਵੇਂ ਪ੍ਰੋਡਿਊਸ ਹੁੰਦੀ ਹੈ, ਕਿਵੇਂ ਟਰੈਵਲ ਕਰਦੀ ਆ, ਠੀਕ ਹੈ, ਇਹਦੇ ਸੋਰਸਿਸ ਕੀ ਨੇ। ਉਸ ਤੋਂ ਬਾਅਦ ਹੁਣ ਅਗਰ ਆਪਾਂ ਗੱਲ ਕਰਦੇ ਹਾਂ ਸਾਊਂਡ ਦੀ, ਸਭ ਤੋਂ ਬੇਸਿਕ ਐਗਜ਼ਾਮਪਲ ਆਪਣੇ ਕੋਲ ਕੀ ਆਉਂਦੀ ਹੈ, ਕਿਵੇਂ ਸਾਊਂਡ ਪ੍ਰੋਡਿਊਸ ਹੁੰਦੀ ਹੈ। ਅਗਰ ਆਪਾਂ ਕਲੈਪ ਕਰੀਏ, ਅਗਰ ਆਪਾਂ ਦੋ ਮੈਟਲ ਦੀਆਂ ਚੀਜ਼ਾਂ ਨੂੰ ਆਪਸ 'ਚ ਸਟਰਾਈਕ ਕਰੀਏ, ਅਗਰ ਆਪਾਂ ਡਰਮ ਨੂੰ ਬੀਟ ਕਰੀਏ, ਹੈ ਨਾ। ਬਹੁਤ ਸਾਰੇ ਆਪਣੇ ਕੋਲ ਸੋਰਸਿਸ ਨੇ ਜਿੱਥੋਂ ਜਿਹੜੀ ਕਿ ਆਪਣੀ ਸਾਊਂਡ ਹੈ ਉਹ ਪ੍ਰੋਡਿਊਸ ਹੁੰਦੀ ਹੈ। ਸੋ ਪ੍ਰੋਡਕਸ਼ਨ ਆਫ ਸਾਊਂਡ ਦੇ ਵਿੱਚ ਆਪਾਂ ਦੇਖ ਲਿਆ, ਹੈ ਨਾ, ਕਿ ਆਪਾਂ ਕਿਸੇ ਵੀ ਦੋ ਮੈਟਲ ਦੀਆਂ ਚੀਜ਼ਾਂ ਨੂੰ ਸਟਰਾਈਕ ਕਰਕੇ ਜੋ ਆਪਣੀ ਸਾਊਂਡ ਹੈ ਉਹ ਪ੍ਰੋਡਿਊਸ ਕਰਾ ਸਕਦੇ ਹਾਂ। ਸੋ ਆਪਾਂ ਇਹਦੇ 'ਤੇ ਟਾਈਮ ਵੇਸਟ ਨਹੀਂ ਕਰਾਂਗੇ, ਆਪਾਂ ਚਾਹੁੰਦੇ ਹਾਂ ਡਾਇਰੈਕਟ ਟੂ ਦੀ ਪੁਆਇੰਟ ਕਿ ਜੋ ਸਾਊਂਡ ਹੈ ਉਹ ਪ੍ਰੋਡਿਊਸ ਹੁੰਦੀ ਕਿਵੇਂ ਆ। ਸਭ ਤੋਂ ਪਹਿਲਾਂ ਤਾਂ ਵੀ ਕੈਨ ਆਲਸੋ ਪ੍ਰੋਡਿਊਸ ਸਾਊਂਡ ਬਾਈ ਪਲੱਕਿੰਗ। ਆਪਾਂ ਕੁਝ ਪਲੱਕ ਕਰਦੇ ਹਾਂ, ਸਕ੍ਰੈਚ ਕਰਦੇ ਹਾਂ, ਠੀਕ ਹੈ, ਦੋ ਚੀਜ਼ਾਂ ਨੂੰ ਰਬ ਕਰਦੇ ਹਾਂ, ਬਲੋ ਕਰਦੇ ਹਾਂ, ਸ਼ੇਕ ਕਰਦੇ ਹਾਂ ਡਿਫਰੈਂਟ ਆਬਜੈਕਟਸ ਨੂੰ, ਤਾਂ ਵੀ ਜਿਹੜੀ ਆਪਣੀ ਸਾਊਂਡ ਹੈ ਪ੍ਰੋਡਿਊਸ ਹੁੰਦੀ ਹੈ। ਹੁਣ ਜਦੋਂ ਆਪਾਂ ਦੇਖੋ ਇਹ ਸਾਰੀ ਚੀਜ਼ਾਂ ਕਰ ਰਹੇ ਹਾਂ, ਇਹ ਸਾਰੀਆਂ ਐਕਟੀਵਿਟੀਜ਼ ਆਪਾਂ ਕਰ ਰਹੇ ਹਾਂ, ਤਾਂ ਹੋ ਕੀ ਰਿਹਾ, we are setting our objects in vibration। ਆਪਣੇ ਜੋ objects ਨੇ ਉਹ vibrating stage 'ਚ ਆ ਰਹੇ ਨੇ, ਐਂਡ ਉਹਦੇ ਨਾਲ ਕੀ ਹੋ ਰਿਹਾ, ਜੋ ਸਾਊਂਡ ਹੈ ਉਹ ਪ੍ਰੋਡਿਊਸ ਹੋ ਰਹੀ ਹੈ। ਹੁਣ ਵਾਈਬ੍ਰੇਸ਼ਨ ਕੀ ਹੁੰਦਾ ਹੈ? ਵਾਈਬ੍ਰੇਸ਼ਨ ਮੀਨਸ ਅ ਕਾਈਂਡ ਆਫ ਰੈਪਿਡ ਟੂ ਐਂਡ ਫਰੋ ਮੋਸ਼ਨ ਆਫ ਐਨ ਆਬਜੈਕਟ। ਕੋਈ ਆਬਜੈਕਟ ਹੈ ਉਹ ਬਹੁਤ ਫਾਸਟ ਆਪਣੀ ਜੋ ਪੋਜੀਸ਼ਨ ਹੈ ਨਾ ਉਹਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਦੇ ਵਿੱਚ ਵੈਰੀ ਫਾਸਟ, ਵੈਰੀ ਰੈਪਿਡਲੀ ਚੇਂਜ ਕਰ ਰਿਹਾ ਹੈ, ਇੰਨੀ ਜ਼ਿਆਦਾ ਕਿ ਆਪਾਂ ਉਹਨੂੰ ਦੇਖ ਵੀ ਨਹੀਂ ਸਕਦੇ, ਤਾਂ ਉਹ ਹੋ ਜਾਂਦੀ ਹੈ ਆਪਣੀ ਇੱਕ ਵਾਈਬ੍ਰੇਸ਼ਨ, ਠੀਕ ਹੈ। ਸੈਕੰਡ ਐਗਜ਼ਾਮਪਲ ਆਪਣੇ ਕੋਲ ਇੱਕ ਹੋਰ ਕੀ ਆ ਜਾਏਗੀ, ਵੈਨ ਅ ਬਰਡ ਫਲੈਪ ਇਟਸ ਵਿੰਗਸ, ਹੈ ਨਾ, ਉਦੋਂ ਵੀ ਆਪਾਂ ਨੂੰ ਇੱਕ ਜਿਹੜੀ ਸਾਊਂਡ ਹੈ ਉਹ ਸੁਣਦੀ ਹੈ। ਨੈਕਸਟ ਹੈ ਪ੍ਰੋਪਗੇਸ਼ਨ ਆਫ ਸਾਊਂਡ। ਹੁਣ ਸਾਊਂਡ ਆਪਾਂ ਦੇਖਿਆ ਕਿ ਪ੍ਰੋਡਿਊਸ ਕਿਵੇਂ ਹੁੰਦੀ ਹੈ, ਬਾਈ ਵਾਈਬ੍ਰੇਟਿੰਗ ਆਬਜੈਕਟਸ। ਆਪਾਂ ਆਬਜੈਕਟਸ ਨੂੰ ਵਾਈਬ੍ਰੇਟ ਕਰਾ ਦਿੰਦੇ ਹਾਂ ਤਾਂ ਆਪਣੀ ਜਿਹੜੀ ਸਾਊਂਡ ਹੈ ਪ੍ਰੋਡਿਊਸ ਹੁੰਦੀ ਹੈ। ਦ ਮੈਟਰ ਔਰ ਸਬਸਟੈਂਸ ਥਰੂ ਵਿਚ ਸਾਊਂਡ ਇਜ਼ ਟਰਾਂਸਮਿਟਡ ਇਜ਼ ਕਾਲਡ ਮੀਡੀਅਮ। ਹੁਣ ਜਿਸ ਮੀਡੀਅਮ ਦੇ ਥਰੂ, ਮੀਡੀਅਮ ਕੀ ਹੈ, ਜਿਸ ਦੇ ਥਰੂ ਕਿ ਆਪਣੀ ਸਾਊਂਡ ਜੋ ਹੈ ਉਹ ਟਰੈਵਲ ਕਰ ਰਹੀ ਹੈ। ਹੁਣ ਹੁੰਦਾ ਕੀ ਹੈ, ਸਾਊਂਡ ਜਨਰੇਟ ਕਿਤੇ ਦੂਰ ਹੁੰਦੀ ਹੈ, ਆਪਾਂ ਕਿਤੇ ਹੋਰ ਹੁੰਦੇ ਹਾਂ, ਸਾਊਂਡ ਉੱਥੇ ਵੀ ਆਪਾਂ ਨੂੰ ਰਿਸੀਵ ਹੁੰਦੀ ਹੈ। ਮੀਨ ਸਾਊਂਡ ਕੀ ਕਰ ਰਹੀ ਹੈ, ਟਰੈਵਲ ਕਰਕੇ ਆ ਰਹੀ ਹੈ ਨਾ। ਡਰਮ ਕਿਤੇ ਹੋਰ ਬੀਟ ਹੋ ਰਿਹਾ, ਸੁਣਦਾ ਆਪਾਂ ਨੂੰ ਆਪਣੇ ਘਰੇ ਹੈ, ਮੀਨ ਸਾਊਂਡ ਉੱਥੋਂ ਆਪਣੇ ਕੋਲ ਟਰੈਵਲ ਕਰਕੇ ਆ ਰਹੀ ਹੈ। ਸੋ ਉਹ ਜਿਹੜਾ ਟਰੈਵਲ ਕਰਕੇ ਆ ਰਹੀ ਹੈ ਉਹਨੂੰ ਕੋਈ ਸਾਧਨ ਤਾਂ ਚਾਹੀਦਾ ਹੈ ਨਾ, ਕੋਈ ਮੀਡੀਅਮ ਤਾਂ ਚਾਹੀਦਾ ਹੈ ਨਾ, ਠੀਕ ਹੈ। ਉਹ ਹੋ ਜਾਂਦਾ ਆਪਣਾ ਮੀਡੀਅਮ ਜਿਸ ਦੇ ਥਰੂ ਉਹ ਆਉਂਦੀ ਹੈ। ਹੁਣ ਜੋ ਸਾਊਂਡ ਹੈ ਨਾ ਉਹ ਕਿਸੇ ਵੀ ਸੋਲਿਡ ਚੀਜ਼, ਲਿਕੁਇਡ ਔਰ ਗੈਸ, ਤਿੰਨਾਂ ਦੇ ਵਿੱਚੋਂ ਹੀ ਉਹ ਟਰੈਵਲ ਕਰ ਸਕਦੀ ਹੈ, ਆਪਣੀ ਜੋ ਸਾਊਂਡ ਹੈ। ਸਾਊਂਡ ਮੂਵਸ ਥਰੂ ਏ ਮੀਡੀਅਮ ਫਰੋਮ ਅ ਪੁਆਇੰਟ ਆਫ ਜਨਰੇਸ਼ਨ ਟੂ ਦ ਲਿਸਨਰ। ਮੀਨਸ ਕਿ ਜਿੱਥੋਂ ਜੋ ਸਾਊਂਡ ਹੈ ਉਹ ਪ੍ਰੋਡਿਊਸ ਹੋਈ ਹੈ ਉੱਥੋਂ ਉਹ ਸਟਾਰਟ ਹੁੰਦੀ ਹੈ, ਇੱਕ ਮੀਡੀਅਮ ਵਿੱਚ ਟਰੈਵਲ ਕਰਦੀ ਹੈ, ਐਂਡ ਲਿਸਨਰ ਦੇ ਕੋਲ ਉਹ ਆ ਜਾਂਦੀ ਹੈ। ਹੁਣ ਜਦੋਂ ਹੁੰਦਾ ਕਿਵੇਂ, ਸਾਊਂਡ ਟਰੈਵਲ ਕਿਵੇਂ ਕਰਦੀ ਹੈ, ਵੈਨ ਐਨ ਆਬਜੈਕਟ ਵਾਈਬ੍ਰੇਟ। ਆਪਾਂ ਕੋਈ ਆਬਜੈਕਟ ਵਾਈਬ੍ਰੇਟ ਕਰਾਇਆ, ਹੁਣ ਇਟ ਸੈਟਸ ਦ ਪਾਰਟੀਕਲਸ ਆਫ ਦ ਮੀਡੀਅਮ। ਮੀਡੀਅਮ ਆਪਾਂ ਇੱਥੇ ਫॉर ਈਜ਼ 에ਅਰ ਮੰਨ ਕੇ ਚੱਲਦੇ ਹਾਂ। ਮੰਨ ਲਓ ਕਿ ਆਪਾਂ ਡਰਮ ਨੂੰ ਬੀਟ ਕਰਾਇਆ, ਠੀਕ ਹੈ, ਜਿੰਨੇ ਉੱਥੇ ਦੇ ਸਰਾਊਂਡਿੰਗ 에ਅਰ ਦੇ ਪਾਰਟੀਕਲਸ ਸੀਗੇ, ਮੀਡੀਅਮ ਦੇ ਪਾਰਟੀਕਲ ਸੀਗੇ, ਉਹ ਵੀ ਵਾਈਬ੍ਰੇਟ ਕਰਨਾ ਸਟਾਰਟ ਕਰ ਦਿੰਦੇ ਨੇ, ਠੀਕ ਹੈ। ਵੈਨ ਐਨ ਆਬਜੈਕਟ ਵਾਈਬ੍ਰੇਟਸ ਇਟ ਸੈਟਸ ਦ ਪਾਰਟੀਕਲਸ ਆਫ ਦ ਮੀਡੀਅਮ ਅਰਾਊਂਡ ਇਟ ਵਾਈਬ੍ਰੇਟਿੰਗ। ਹੁਣ ਜਿਹੜੇ ਉਹ ਪਾਰਟੀਕਲਸ ਨੇ ਨਾ, ਦ ਪਾਰਟੀਕਲਸ ਡੂ ਨਾਟ ਟਰੈਵਲ। ਉਹ ਪਾਰਟੀਕਲਸ ਖੁਦ ਟਰੈਵਲ ਨਹੀਂ ਕਰਦੇ ਆਲ ਦ ਵੇ ਫਰੋਮ ਵਾਈਬ੍ਰੇਟਿੰਗ ਆਬਜੈਕਟ ਟੂ ਈਅਰ। ਉਹ ਖੁਦ ਟਰੈਵਲ ਨਹੀਂ ਕਰਦੇ, ਉਹ ਜਿਹੜੀ ਉਹ ਵਾਈਬ੍ਰੇਸ਼ਨ ਹੈ, ਡਿਸਟਰਬੈਂਸ ਹੈ, ਉਹ ਉਹਨੂੰ ਅੱਗੇ ਟਰੈਵਲ ਕਰਾਉਂਦੇ ਆ। ਕਿਵੇਂ ਕਰਾਉਂਦੇ ਆ ਉਹ ਦੇਖਦੇ ਆ। A particle of medium in contact with the vibrating object is first displaced from its equilibrium position। means ਕਿ ਮੰਨ ਲਓ ਉਹ ਬਿਲਕੁਲ ਆਪਣੀ ਅੱਛੀ ਤਰ੍ਹਾਂ ਇੱਕ ਰੈਸਟ ਦੀ ਪੋਜੀਸ਼ਨ ਤੇ ਸੀਗਾ, ਬਟ ਉਹਦੇ ਸਾਈਡ ਤੇ ਕੀ ਹੋਇਆ, ਇੱਕ ਵਾਈਬ੍ਰੇਸ਼ਨ ਆਈ, ਐਂਡ ਉਸ ਵਾਈਬ੍ਰੇਸ਼ਨ ਦੇ ਨਾਲ ਹੁੰਦਾ ਕੀ ਹੈ, ਐਨਰਜੀ ਹੀ ਹੈ ਨਾ, ਤਾਂ ਉਸ ਐਨਰਜੀ ਦੇ ਨਾਲ ਜੋ ਇਹ ਪਾਰਟੀਕਲ ਸੀ ਨਾ, ਇਹ ਆਪਣੀ ਪੋਜੀਸ਼ਨ ਤੋਂ ਹਿਲ ਕੇ ਮੰਨ ਲਓ ਥੋੜਾ ਜਿਹਾ ਅੱਗੇ ਚਲਾ ਗਿਆ, ਠੀਕ ਹੈ, ਉਹਦੀ ਡਿਸਪਲੇਸਮੈਂਟ ਹੋ ਗਈ। It then exerts a force on the adjacent particle। ਤਾਂ ਇਹ ਕੀ ਕਰੇਗਾ, ਜਿਹੜਾ ਇੱਥੇ ਪਾਰਟੀਕਲ ਹੋਏਗਾ ਉਹਦੇ ਤੇ ਜਾ ਕੇ ਫੋਰਸ ਲਗਾਏਗਾ, ਠੀਕ ਹੈ ਜੀ।
adjacent particle, as a result of which the adjacent particle gets displaced from its position of rest। ਤਾਂ ਜਿਹੜਾ ਇੱਥੇ ਪਾਰਟੀਕਲ ਸੀਗਾ ਉਹ ਅੱਗੇ ਚਲਾ ਜਾਏਗਾ, ਉਹ ਅੱਗੇ ਗਏ ਹੋਏ ਪਾਰਟੀਕਲ ਨੂੰ ਡਿਸਪਲੇਸ ਕਰ ਦੇਗਾ, ਉਹ ਨੈਕਸਟ ਅੱਗੇ ਜਾ ਕੇ ਡਿਸਪਲੇਸ ਕਰ ਦੇਗਾ, ਠੀਕ ਹੈ। ਆਫਟਰ ਡਿਸਪਲੇਸਿੰਗ ਦ ਐਡਜਸਟੈਂਟ ਪਾਰਟੀਕਲ ਦ ਫਸਟ ਪਾਰਟੀਕਲ ਕਮਸ ਬੈਕ ਟੂ ਇਟਸ ओरिजिनल पोजीशन। ਇਹ ਕੁਝ ਟਾਈਮ ਬਾਅਦ ਹੁਣ એનર્ਜੀ ਜੋ ਹੈ ਉਹ ਅੱਗੇ ਅੱਗੇ ਟਰੈਵਲ ਹੋ ਰਹੀ ਹੈ ਨਾ, ਤਾਂ ਜੋ ਜਿਹੜਾ ਪਾਰਟੀਕਲ ਇੱਥੇ ਬੀ ਪੋਜੀਸ਼ਨ ਤੇ ਗਿਆ ਸੀ ਉਹ ਬੈਕ ਟੂ ਆਪਣੀ ਏ ਪੋਜੀਸ਼ਨ ਤੇ ਆ ਜਾਏਗਾ। This process continues in the medium till the sound reaches your ear। ਜਦੋਂ ਤੱਕ ਜਿਹੜੀ ਸਾਊਂਡ ਹੈ ਆਪਣੇ ਈਅਰ ਤੱਕ ਨਹੀਂ ਆਉਂਦੀ ਉਨਾ ਚਿਰ ਜੋ ਹੈ ਇਹ ਪ੍ਰੋਸੈਸ ਚੱਲਦਾ ਰਹਿੰਦਾ ਹੈ। ਸੋ ਬੇਸਿਕਲੀ ਹੋ ਕੀ ਰਿਹਾ, ਕਿਤੇ ਡਰਮ ਬੀਟ ਹੋ ਰਿਹਾ, ਉਹਦੇ ਸਰਾਊਂਡਿੰਗ ਜੋ 에ਅਰ ਹੈ ਉਹ ਉਹਦੇ ਵਿੱਚ ਵਾਈਬ੍ਰੇਸ਼ਨਸ ਸੈੱਟ ਹੋ ਰਹੀਆਂ ਨੇ, ਜੋ ਪਾਰਟੀਕਲਸ ਨੇ ਇੱਕ ਪਾਰਟੀਕਲ ਐਨਰਜੀ ਆਈ ਉਹਦੇ 'ਚ, ਉਹ ਆਪਣੀ ਜਗ੍ਹਾ ਤੋਂ ਦੂਜੀ ਜਗ੍ਹਾ ਡਿਸਪਲੇਸ ਹੋ ਗਿਆ, ਉੱਥੇ ਜਾ ਕੇ ਉਹਨੇ ਕਿਸੇ ਹੋਰ ਪਾਰਟੀਕਲ ਨੂੰ ਅੱਗੇ ਭੇਜਤਾ, ਉਹ ਪਾਰਟੀਕਲ ਨੇ ਅੱਗੇ ਜਾ ਕੇ ਕਿਸੇ ਹੋਰ ਪਾਰਟੀਕਲ ਨੂੰ ਹੋਰ ਅੱਗੇ ਭੇਜਤਾ, ਐਂਡ ਜਦੋਂ ਉਹ ਐਨਰਜੀ ਅੱਗੇ ਅੱਗੇ ਟ੍ਰਾਂਸਫਰ ਕਰ ਰਹੇ ਨੇ ਨਾ, ਫਿਰ ਕੁਝ ਸੈਕਿੰਡਸ ਬਾਅਦ ਉਹ ਆਪਣੀ ਪੋਜੀਸ਼ਨ ਤੇ ਵਾਪਸ ਵੀ ਆ ਰਹੇ ਨੇ, ਠੀਕ ਹੈ। ਐਂਡ ਇਹ ਪ੍ਰੋਸੈਸ ਐਨਰਜੀ ਨੂੰ ਟ੍ਰਾਂਸਫਰ ਕਰਨ ਵਾਲਾ ਉਹਨਾਂ ਟਾਈਮ ਚੱਲਦਾ ਰਹਿੰਦਾ ਜਿੰਨਾ ਟਾਈਮ ਜਿਹੜੀ ਆਪਣੀ ਸਾਊਂਡ ਹੈ ਉਹ ਆਪਣੀ ਡੈਸਟੀਨੇਸ਼ਨ ਤੱਕ ਨਹੀਂ ਪਹੁੰਚ ਪਾਉਂਦੀ, ਠੀਕ ਹੈ ਜੀ। ਨੈਕਸਟ ਹੈ the disturbance created by a source of sound in the medium travels through the medium and not the particles। ਇਹ ਆਪਾਂ ਦੇਖ ਲਿਆ ਕਿ ਜੋ ਆਪਣਾ ਟਰੈਵਲ ਕੀ ਕਰਦਾ ਹੈ, ਆਪਣੇ ਪਾਰਟੀਕਲਸ ਟਰੈਵਲ ਨਹੀਂ ਕਰਦੇ ਆ, ਆਪਣੀ ਟਰੈਵਲ ਕਰਦੀ ਹੈ ਡਿਸਟਰਬੈਂਸ, ਜੋ ਆਪਣੀ ਡਿਸਟਰਬੈਂਸ ਹੁੰਦੀ ਹੈ ਨਾ ਉਹ ਟਰੈਵਲ ਕਰਦੀ ਹੈ, ਨਾ ਕਿ ਆਪਣੇ ਪਾਰਟੀਕਲਸ। ਨੈਕਸਟ ਆਪਣੇ ਕੋਲ ਇੱਕ ਕਨਸੈਪਟ ਆਉਂਦਾ ਹੈ ਵੇਵ, ਕਿ ਇੱਕ ਵੇਵ ਕੀ ਹੁੰਦੀ ਹੈ। ਵੇਵ ਕੀ ਹੈ? ਵੇਵ ਹੁਣ ਤੁਸੀਂ ਨਾ ਕਿਸੇ ਸਟਿਲ ਵਾਟਰ ਦੇ ਵਿੱਚ, ਸ਼ਾਂਤ ਪਾਣੀ ਦੇ ਵਿੱਚ ਜੇ ਤੁਸੀਂ ਕੋਈ ਸਟੋਨ ਥਰੋ ਕਰੋਗੇ ਤਾਂ ਕੀ ਹੁੰਦਾ, ਉਹਦੇ ਵਿੱਚ ਥੋੜੇ ਜਿਹੇ ਰਿਪਲਸ ਬਣ ਜਾਂਦੇ ਨੇ, ਵੇਵਸ ਬਣ ਜਾਂਦੀਆਂ ਨੇ ਛੋਟੀਆਂ ਛੋਟੀਆਂ, ਹੈ ਨਾ। ਤਾਂ ਉਹ ਕਿਵੇਂ ਬਣਦੀਆਂ ਨੇ? ਅਸਲ ਦੇ ਵਿੱਚ ਵਾਟਰ ਤਾਂ ਮੂਵ ਨਹੀਂ ਕਰ ਰਿਹਾ ਨਾ, ਹੁੰਦਾ ਕੀ ਹੈ, a wave is a disturbance that moves through a medium when the particles of the medium set neighboring particles into motion। ਹੁੰਦਾ ਕੀ ਹੈ ਕਿ ਇੱਕ ਵੇਵ ਇੱਕ ਤਰ੍ਹਾਂ ਦੀ ਡਿਸਟਰਬੈਂਸ ਹੀ ਹੈ, ਕਿਸੇ ਮੀਡੀਅਮ ਦੇ ਵਿੱਚ ਹੁੰਦੀ ਹੈ ਜਦੋਂ ਪਾਰਟੀਕਲਸ ਨੇ ਜਿਹੜੇ ਉਹ ਇੱਕ ਦੂਜੇ ਨੂੰ, ਆਪਣੇ ਨੇਬਰਿੰਗ ਪਾਰਟੀਕਲਸ ਨੂੰ ਮੋਸ਼ਨ 'ਚ ਲੈ ਆਉਂਦੇ ਨੇ, ਠੀਕ ਹੈ। ਏ ਪਾਰਟੀਕਲ ਨੇ ਬੀ ਨੂੰ ਮੋਸ਼ਨ 'ਚ ਲੈ ਕੇ ਆਉਂਦਾ, ਬੀ ਨੇ ਸੀ ਨੂੰ ਲੈ ਕੇ ਆਉਂਦਾ, ਸੀ ਨੇ ਡੀ ਨੂੰ ਲੈ ਕੇ ਆਉਂਦਾ, ਠੀਕ ਹੈ। ਸੋ ਬੇਸਿਕਲੀ ਹੋ ਕੀ ਰਿਹਾ, ਜੋ ਪਾਰਟੀਕਲਸ ਨੇ ਉਹ ਖੁਦ ਮੂਵ ਨਹੀਂ ਕਰ ਰਹੇ, ਉਹ ਇੱਕ ਡਿਸਟਰਬੈਂਸ ਨੂੰ ਅੱਗੇ ਮੂਵ ਕਰਾ ਰਹੇ ਨੇ, ਮੀਨਸ ਕਿ ਇੱਕ ਐਨਰਜੀ ਨੂੰ ਅੱਗੇ ਮੂਵ ਕਰਾ ਰਹੇ ਨੇ। ਸੇਮ ਚੀਜ਼ ਹੀ ਆਪਣੀ ਸਾਊਂਡ 'ਚ ਹੁੰਦੀ ਹੈ, ਉਹ ਆਪਾਂ ਦੇਖ ਲਿਆ, ਠੀਕ ਹੈ। ਦਿਸ ਇਜ਼ what happens during propagation of sound in a medium, hence sound can be visualized as a wave। So sound waves are characterized by the motion of particles in the medium and are called mechanical waves। ਇਸੇ ਕਰਕੇ ਆਪਾਂ ਇਹਨਾਂ waves ਨੂੰ mechanical waves ਵੀ ਕਹਿੰਦੇ ਆ, ਠੀਕ ਹੈ, ਬਿਕਾਜ਼ ਇਹਦੇ ਵਿੱਚ ਜੋ ਡਿਸਟਰਬੈਂਸ ਹੈ ਉਹ ਪਾਸ ਔਨ ਹੁੰਦੀ ਹੈ ਫਰੋਮ ਪਾਰਟੀਕਲ ਟੂ ਪਾਰਟੀਕਲ। ਹੁਣ ਅਗਰ ਆਪਾਂ ਮੀਡੀਅਮ ਦੀ ਗੱਲ ਕਰੀਏ, ਆਪਾਂ ਪਹਿਲਾਂ ਵੀ ਕਿਹਾ ਕਿ ਆਪਾਂ ਬੇਸਿਕਲੀ ਜੋ ਮੀਡੀਅਮ ਲੈ ਕੇ ਚੱਲਾਂਗੇ ਆਪਣੇ ਫॉर ਫਰਦਰ ਚੈਪਟਰ, ਉਹ ਆਪਾਂ ਲੈ ਕੇ ਚੱਲਾਂਗੇ 에ਅਰ, ਬਿਕਾਜ਼ ਇਹ ਆਪਣਾ ਕਾਮਨ ਮੀਡੀਅਮ ਹੈ, ਠੀਕ ਹੈ। 에ਅਰ ਇਜ਼ ਦਾ ਮੋਸਟ ਕਾਮਨ ਮੀਡੀਅਮ ਥਰੂ ਵਿਚ ਸਾਊਂਡ ਟਰੈਵਲਸ। ਹੁਣ 에ਅਰ ਪ੍ਰੋਪਗੇਟ ਕਿਵੇਂ ਕਰਦੀ ਆ ਆਪਾਂ ਦੇਖ ਲਿਆ, ਹੁਣ ਉਹਨੂੰ ਥੋੜਾ ਡੀਪ ਸਟੱਡੀ ਕਰਦੇ ਆ। ਵੈਨ ਏ ਵਾਈਬ੍ਰੇਟਿੰਗ ਆਬਜੈਕਟ, ਕੋਈ ਵਾਈਬ੍ਰੇਟਿੰਗ ਆਬਜੈਕਟ ਨੇ ਆਪਣੀ ਵਾਈਬ੍ਰੇਸ਼ਨਸ ਸੈਂਡ ਕੀਤੀਆਂ, ਠੀਕ ਹੈ। ਵੈਨ ਏ ਵਾਈਬ੍ਰੇਟਿੰਗ ਆਬਜੈਕਟ ਮੂਵਸ ਫਾਰਵਰਡ ਇਟ ਪੁਸ਼ਿਸ ਐਂਡ ਕੰਪਰੈਸਿਸ ਦ 에ਅਰ ਇਨ ਫਰੰਟ ਆਫ ਇਟ, ਕ੍ਰੀਏਟਿੰਗ ਏ ਰੀਜਨ ਆਫ ਹਾਈ ਪ੍ਰੈਸ਼ਰ। ਹੁਣ ਦੇਖੋ, ਜਦੋਂ ਗਿਟਾਰ ਦੀ ਇੱਕ ਸਟ੍ਰਿੰਗ ਹੈ, ਤੁਸੀਂ ਉਹਨੂੰ ਥੋੜਾ ਜਿਹਾ ਹਿਲਾਉਂਦੇ ਹੋ, ਆਪਾਂ ਨੂੰ ਨਹੀਂ ਵਿਜ਼ੀਬਲ ਹੁੰਦਾ, ਬਟ ਉਹ ਵਾਈਬ੍ਰੇਟ ਕਰਦੀ ਹੁੰਦੀ ਹੈ, ਠੀਕ ਹੈ। ਜਦੋਂ ਉਹਨੇ ਵਾਈਬ੍ਰੇਸ਼ਨ ਸਟਾਰਟ ਕੀਤੀ, ਮੀਨਸ ਇੱਕ ਸਾਈਡ ਨੂੰ ਥੋੜਾ ਜਿਹਾ ਅੱਗੇ ਗਈ, ਜਦੋਂ ਅੱਗੇ ਗਈ ਤਾਂ ਉੱਥੇ ਜਿਹੜੇ ਜਿੰਨੇ ਵੀ 에ਅਰ ਦੇ ਪਾਰਟੀਕਲ ਸੀਗੇ ਉਹਨੇ ਉਹਨਾਂ ਨੂੰ ਪੁਸ਼ ਕੀਤਾ ਐਂਡ ਉਹ ਕੰਪਰੈਸ ਹੋ ਗਏ। ਜਦੋਂ ਕੰਪਰੈਸ ਹੋ ਗਏ ਤਾਂ ਉੱਥੇ ਜਿਹੜਾ ਰੀਜਨ ਬਣਿਆ ਉਹ ਬਹੁਤ ਹੀ ਹਾਈ ਪ੍ਰੈਸ਼ਰ ਰੀਜਨ ਬਣ ਗਿਆ, ਐਂਡ ਉਸ ਰੀਜਨ ਨੂੰ ਆਪਾਂ ਕਵਾਂਗੇ ਕੰਪਰੈਸ਼ਨ। ਹਾਈ ਪ੍ਰੈਸ਼ਰ ਕਿਵੇਂ ਹੋ ਗਿਆ, ਜੋ 에ਅਰ ਦੇ ਪਾਰਟੀਕਲ ਸੀਗੇ ਉਹ ਇੱਕ ਥਾਂ ਤੇ ਕਲੈਕਟ ਹੋ ਗਈ, ਠੀਕ ਹੈ। ਹੁਣ ਕੀ ਹੋਏਗਾ, ਹੁਣ ਐਨਰਜੀ ਇੱਕ ਥਾਂ ਤੇ ਰੁਕ ਨਹੀਂ ਸਕਦੀ, ਠੀਕ ਹੈ, ਉਹਨੇ ਅੱਗੇ ਮੂਵ ਔਨ ਹੋਣਾ। ਨਾਓ ਦਿਸ ਕੰਪਰੈਸ਼ਨ ਸਟਾਰਟਸ ਟੂ ਮੂਵ ਅਵੇ ਫਰੋਮ ਦ ਵਾਈਬ੍ਰੇਟਿੰਗ ਆਬਜੈਕਟ। When the vibrating object moves backwards, ਹੁਣ ਵਾਈਬ੍ਰੇਟਿੰਗ ਆਬਜੈਕਟ ਮੰਨ ਲਓ ਗਿਟਾਰ ਦੀ ਸਟ੍ਰਿੰਗ ਸੀਗੀ, ਉਹ ਟੂ ਐਂਡ ਫਰੋ ਕਰ ਰਹੀ ਹੈ ਨਾ, ਮਤਲਬ ਇੱਕ ਵਾਰ ਅੱਗੇ ਜਾ ਰਹੀ, ਇੱਕ ਵਾਰ ਪਿੱਛੇ ਜਾ ਰਹੀ, ਤਾਂ ਹੀ ਵਾਈਬ੍ਰੇਸ਼ਨ ਸੈੱਟ ਹੋ ਰਹੀ ਹੈ। ਜਦੋਂ ਤਾਂ ਉਹ ਅੱਗੇ ਜਾ ਰਹੀ ਹੈ, ਠੀਕ ਹੈ, ਉਦੋਂ ਤਾਂ ਪਾਰਟੀਕਲਸ ਹੋ ਰਹੇ ਨੇ ਕਲੈਕਟ, ਮੀਨਸ ਉੱਥੇ ਪ੍ਰੈਸ਼ਰ ਹੈ ਜਿਹੜਾ ਉਹ ਐਵੇਂ ਦਾ ਹਾਈ ਪ੍ਰੈਸ਼ਰ ਬਣ ਰਿਹਾ, ਜਿਹਨੂੰ ਆਪਾਂ ਕਹਿ ਰਹੇ ਹਾਂ ਕੰਪਰੈਸ਼ਨ। ਹੁਣ ਜਦੋਂ ਉਹ ਪਿੱਛੇ ਜਾ ਰਹੀ ਹੈ, ਠੀਕ ਹੈ, ਉਦੋਂ ਕੀ ਹੋ ਰਿਹਾ, ਉਦੋਂ ਐਨਰਜੀ
नहीं ट्रांसफर कर रहे हो, ठीक है, उदों की हो रहा पिछे जा रही है तो उदों पार्टिकल्स इकट्ठे नहीं हो रहे तो उदों पार्टिकल्स ने जिहड़े ओह दूर दूर जा रहे ने तो उस टाइम की आ जाता है एक रीजन आ जाता है लो प्रैशर रीजन जिसनों आपां कहंदे आ रैरिफिकेशन। ठीक है जी, ये चीज़ बनती है। मान लो सब तो पहला वो अगे गया तो कंप्रैशन आ जाएगी, ठीक है, फिर वो पिछे गया तो एक रीजन रैरिफिकेशन का बन जाएगा, फिर वो अगे गया तो एक कंप्रैशन इत्थे आ गई, एक रीजन रैरिफिकेशन का बन गया तो एक रीजन फिर तो कंप्रैशन का बन जाएगा। इस तरह काफ़ी सारे रीजन्स बन जाएंगे, कंप्रैशन रैरिफिकेशन, ठीक है जी, बिकॉज की हो रहा है जिहड़ा अपना ऑब्जेक्ट है वो वाइब्रेट कर रहा है टू एंड फ्रो, ਉਹਦੀ वाइब्रेशंस ਦੇ ਨਾਲ जो पार्टिकल्स ने वो एवें compressions and rarifications बना रहे हैं। So compression is the region of high pressure and rarification is the region of low pressure। ठीक है, सो हम pressure ਦੀ ਅਗਰ ਆਪਾਂ ਗੱਲ ਕਰੀਏ ਤਾਂ pressure ਹੈ ਕਿ ਜਿਹੜਾ ਆਪਣਾ ਹਾਈ ਪ੍ਰੈਸ਼ਰ ਹੈ ਉਹਦੇ ਵਿੱਚ ਜੋ ਪਾਰਟੀਕਲਸ ਨੇ ਮੀਡੀਅਮ ਦੇ ਉਹ ਇਕੱਠੇ ਹੋਏ ਨੇ ਐਂਡ ਜਿਹੜਾ ਰੈਰੀਫਿਕੇਸ਼ਨ ਹੈ ਉਹਦੇ ਵਿੱਚ ਜਿਹੜੇ ਲੋ ਪ੍ਰੈਸ਼ਰ ਹੈ ਉਹਦੇ ਜਿਹੜੇ ਪਾਰਟੀਕਲਸ ਨੇ ਉਹ ਘੱਟ ਨੰਬਰ 'ਚ ਨੇ ਐਂਡ ਉਹ ਦੂਰ ਨੇ। ਠੀਕ ਹੈ ਜੀ, ਹੁਣ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਆਂਦਾ ਹੈ ਕਿ ਸਾਊਂਡ ਨੀਡਸ ਏ ਮੀਡੀਅਮ ਟੂ ਟਰੈਵਲ, ਕਿ ਸਾਊਂਡ ਨੂੰ ਟਰੈਵਲ ਕਰਨ ਦੇ ਲਈ ਮੀਡੀਅਮ ਕੋਈ ਚਾਹੀਦਾ। ਇਹਦੇ ਬਾਰੇ ਦੇਖਦੇ ਹਾਂ। ਸਾਊਂਡ ਕੀ ਹੈ, ਇੱਕ ਮਕੈਨੀਕਲ ਵੇਵ ਹੈ, ਮੀਨਸ ਇਹਨੂੰ ਕੋਈ ਨਾ ਕੋਈ ਮਟੀਰੀਅਲ ਚਾਹੀਦਾ ਹੋਊਗਾ ਪ੍ਰੋਪੋਗੇਟ ਕਰਨ ਦੇ ਲਈ, ਮੀਨਸ ਕਿ ਇਹਨੂੰ ਪਾਰਟੀਕਲਸ ਚਾਹੀਦੇ ਨੇ ਜੋ ਕਿ ਵਾਈਬ੍ਰੇਸ਼ਨਸ ਨੂੰ ਡਿਸਟਰਬੈਂਸਿਸ ਨੂੰ ਅੱਗੇ ਮੂਵ ਔਨ ਕਰਾਉਣਗੇ। ਜੇ ਪਾਰਟੀਕਲਸ ਹੀ ਨਹੀਂ ਹੋਣਗੇ ਤਾਂ ਵਾਈਬ੍ਰੇਸ਼ਨਸ ਅੱਗੇ ਮੂਵ ਔਨ ਕਿਵੇਂ ਕਰਨਗੇ। ਠੀਕ ਹੈ, ਸੋ ਇਟ ਕੈਨ ਨਾਟ ਟਰੈਵਲ ਥਰੂ ਵੈਕਿਊਮ। ਵੈਕਿਊਮ ਕੀ ਹੁੰਦਾ, ਜਿੱਥੇ ਕੋਈ ਵੀ ਪਾਰਟੀਕਲਸ ਪ੍ਰੈਜ਼ੈਂਟ ਨਹੀਂ ਹੁੰਦੇ। ਐਗਜ਼ਾਮਪਲ ਦੇਖਦੇ ਹਾਂ, ਆਪਾਂ ਇੱਕ ਇਲੈਕਟ੍ਰਿਕ ਬੈਲ ਲਈ ਹੈ ਜਿਹਨੂੰ ਕਿ ਆਪਾਂ 에ਅਰ ਟਾਈਟ ਗਲਾਸ ਜਾਰ 'ਚ ਰੱਖਦੇ ਨੇ। ਠੀਕ ਹੈ, ਐਂਡ ਦ ਇਲੈਕਟ੍ਰਿਕ ਬੈਲ ਇਜ਼ ਸਸਪੈਂਡਡ ਇਨਸਾਈਡ ਦ 에ਅਰ ਟਾਈਟ ਬੈਲ ਜਾਰ। ਹੁਣ ਆਪਾਂ ਉਸ ਬੈਲ ਜਾਰ ਨੂੰ ਨਾ ਇੱਕ ਵੈਕਿਊਮ ਪੰਪ ਦੇ ਨਾਲ ਕਨੈਕਟ ਕੀਤਾ ਹੈ। ਜਦੋਂ ਆਪਾਂ ਸਵਿਚ ਔਨ ਕੀਤੀ ਤਾਂ ਆਪਾਂ ਨੂੰ ਉਹਦੇ ਵਿੱਚੋਂ ਜਿਹੜੀ ਸਾਊਂਡ ਹੈ ਉਹ ਹੀਅਰ ਹੋ ਰਹੀ ਹੈ। ਠੀਕ ਹੈ, ਆਪਾਂ ਸੁਣ ਰਹੇ ਹਾਂ ਸਾਊਂਡ। ਜਦੋਂ ਆਪਾਂ ਵੈਕਿਊਮ ਪੰਪ ਸਟਾਰਟ ਕਰਾਤਾ ਤਾਂ ਜਿਹੜੀ ਉਸ ਜਾਰ ਦੇ ਵਿੱਚ ਜਿੰਨੀ ਵੀ 에ਅਰ ਸੀਗੀ ਉਹ ਬਾਹਰ ਜਾਣੀ ਸਟਾਰਟ ਹੋ ਗਈ। ਜਦੋਂ ਉਹ 에ਅਰ ਬਾਹਰ ਜਾ ਰਹੀ ਹੈ, ਜਿਵੇਂ ਜਿਵੇਂ ਪਾਰਟੀਕਲਸ ਘੱਟਦੇ ਜਾ ਰਹੇ ਨੇ ਉਵੇਂ ਉਵੇਂ ਜਿਹੜੀ ਆਪਾਂ ਨੂੰ ਸਾਊਂਡ ਹੈ ਉਹ ਘੱਟ ਸੁਣੇਗੀ। ਐਂਡ ਇੱਕ ਸਟੇਜ ਐਵੇਂ ਦੀ ਆ ਜਾਏਗੀ ਜਦੋਂ ਜਿਹੜੀ 에ਅਰ ਹੈ ਉਹ ਇਹਦੇ ਵਿੱਚੋਂ ਜਾਰ 'ਚੋਂ ਕੰਪਲੀਟਲੀ ਜਾ ਚੁੱਕੀ ਹੋਏਗੀ, ਬਿਲਕੁਲ ਵੀ ਪਾਰਟੀਕਲਸ ਨਹੀਂ ਹੋਣਗੇ। ਉਸ ਟਾਈਮ ਜਿੰਨੀ ਮਰਜ਼ੀ ਜ਼ੋਰ ਨਾਲ ਬੈਲ ਰਿੰਗ ਕਰੀ ਜਾਵੇ ਆਪਾਂ ਨੂੰ ਸਾਊਂਡ ਜੋ ਹੈ ਉਹ ਨਹੀਂ ਸੁਣੇਗੀ। ਸੋ ਇਸ ਐਕਸਪੈਰੀਮੈਂਟ ਤੋਂ, ਬੈਲ ਜਾਰ ਐਕਸਪੈਰੀਮੈਂਟ ਤੋਂ ਆਪਾਂ ਨੂੰ ਪਤਾ ਲੱਗਦਾ ਇਟ ਸ਼ੋਜ਼ ਦੈਟ ਸਾਊਂਡ ਕੈਨ ਨਾਟ ਟਰੈਵਲ ਇਨ ਅ ਵੈਕਿਊਮ, ਉਹਨੂੰ ਕੋਈ ਨਾ ਕੋਈ ਮੀਡੀਅਮ ਚਾਹੀਦਾ। Next is sound waves are longitudinal waves। Sound waves ਦੇ ਜੇ ਆਪਾਂ ਨੂੰ characteristics ਆਉਣ ਤਾਂ ਸਭ ਤੋਂ ਪਹਿਲਾ characteristic ਕੀ ਹੈ ਕਿ sound wave travel like waves and ਦੂਜਾ ਆਉਂਦਾ ਕਿ it needs a medium, ਹੈ ਨਾ। ਥਰਡ ਆਉਂਦਾ ਹੈ ਕਿ sound waves ਨੇ ਜਿਹੜੀਆਂ ਉਹ longitudinal waves ਨੇ, ਆਪਾਂ ਇਹਨਾਂ ਨੂੰ longitudinal waves ਕਹਿੰਦੇ ਆ। ਆਪਣੇ ਕੋਲ ਜੋ waves ਬਣਦੀਆਂ ਨੇ ਨਾ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਹੁੰਦੇ ਨੇ longitudinal waves and ਇੱਕ ਹੁੰਦੀਆਂ ਨੇ transverse waves। ਸਾਊਂਡ ਵੇਵਸ ਨੂੰ longitudinal waves ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ ਉਹ ਆਪਾਂ ਦੇਖਦੇ ਹਾਂ। So longitudinal wave ਕੀ ਹੁੰਦੀ ਹੈ, a wave in which particles of medium vibrate back and forth in the same direction in which the wave is moving। So ਹੁੰਦਾ ਕੀ ਹੈ, the individual particles ਨੇ ਜਿਹੜੇ ਉਹ ਉਸੇ direction 'ਚ move ਕਰਦੇ ਨੇ, they move in a direction parallel to direction of propagation of disturbance। ਹੁਣ ਅਗਰ ਆਪਾਂ ਦੇਖੀਏ, ਅਗਰ disturbance ਇਸ ਸਾਈਡ ਨੂੰ ਜਾ ਰਹੀ ਹੈ ਨਾ ਤਾਂ ਜੋ particles ਨੇ ਉਹ ਵੀ ਇੱਧਰ ਨੂੰ ਹੀ ਜਾਣਗੇ। ਠੀਕ ਹੈ, ਕੋਈ ਪਰਪੈਂਡੀਕੂਲਰਲੀ ਨਹੀਂ ਜਾਣਗੇ। ਸੋ ਮੀਨਸ ਕਿ ਜੋ ਆਪਣੇ ਪਾਰਟੀਕਲਸ ਨੇ ਇਹਦੇ ਵਿੱਚ ਆਪਾਂ ਦੇਖਿਆ ਉਹ ਯੂਜੂਅਲੀ ਮੂਵ ਨਹੀਂ ਕਰਦੇ ਹੁੰਦੇ। ਠੀਕ ਹੈ, ਉਹ ਸਿੰਪਲੀ ਆਪਣੀ ਥਾਂ ਤੇ ਖੜੇ ਹੀ ਔਸੀਲੇਟ ਕਰਦੇ ਰਹਿੰਦੇ ਨੇ, ਟੂ ਐਂਡ ਫਰੋ ਹੁੰਦੇ ਰਹਿੰਦੇ ਨੇ। ਠੀਕ ਹੈ, ਤਾਂ ਇਸ ਤਰ੍ਹਾਂ ਆਪਣੇ ਇਹ ਹੁੰਦੀ ਹੈ ਲੌਂਗੀਟਿਊਡਨਲ ਵੇਵਸ, ਜਿਹਦੇ ਵਿੱਚ ਪਾਰਟੀਕਲਸ ਖੁਦ ਮੂਵ ਨਾ ਕਰਦੇ ਹੋਏ ਜਿੰਨਾ ਵੀ ਉਹ ਔਸੀਲੇਟ ਕਰਦੇ ਨੇ ਟੂ ਐਂਡ ਫਰੋ, ਉਹ ਉਸੇ ਡਾਇਰੈਕਸ਼ਨ 'ਚ ਕਰਦੇ ਨੇ ਜਿਸ ਡਾਇਰੈਕਸ਼ਨ ਦੇ ਵਿੱਚ ਆਪਣੀ ਜੋ ਵੇਵ ਹੈ, ਡਿਸਟਰਬੈਂਸ ਹੈ ਉਹ ਜਾ ਰਹੀ ਹੈ। ਇਹ ਤੁਹਾਨੂੰ ਕਲੀਅਰ ਹੋਏਗਾ ਟਰਾਂਸਵਰਸ ਵੇਵ ਦੇ ਕਨਸੈਪਟ ਨਾਲ। ਟਰਾਂਸਵਰਸ ਵੇਵ ਕੀ ਹੁੰਦੀ ਹੈ? ਟਰਾਂਸਵਰਸ ਵੇਵ ਕਹਿੰਦੀ ਹੈ in a transverse wave particles do not oscillate। ਪਾਰਟੀਕਲਸ ਨੇ ਜਿਹੜੇ ਉਹ oscillate ਕਰਦੇ ਨੇ ਪਰ in the direction of wave ਨਹੀਂ ਕਰਦੇ, ਉਹ upside down ਕਰਦੇ ਨੇ, ਮੀਨਸ ਕਿ ਉੱਪਰ ਨੀਚੇ ਨੂੰ oscillate ਕਰਦੇ ਨੇ। ਉਹ ਆਪਣੀ ਪੋਜੀਸ਼ਨ ਤੋਂ ਉਹ oscillate ਕਰਦੇ ਨੇ ਉੱਪਰ ਜਾਂ ਫਿਰ ਨੀਚੇ ਨੂੰ। ਮੰਨ ਲਓ ਕਿ ਜਿਹੜੀ ਆਪਣੀ ਵੇਵ ਹੈ ਉਹ ਇਸ ਸਾਈਡ ਨੂੰ ਜਾ ਰਹੀ ਹੈ। ਠੀਕ ਹੈ, ਵੇਵ ਆਪਣੀ ਜਾ ਰਹੀ ਹੈ
ਇਸ ਸਾਈਡ ਨੂੰ, ਤਾਂ ਜਿਹੜੇ ਪਾਰਟੀਕਲਸ ਨੇ ਉਹ ਮੂਵ ਕਰਨਗੇ ਅਪ ਐਂਡ ਡਾਊਨ ਐਵੇਂ 90 ਡਿਗਰੀ ਦਾ ਐਂਗਲ ਬਣਾਉਣਗੇ, ਉਹ ਹੋ ਜਾਏਗੀ ਆਪਣੀ ਟਰਾਂਸਵਰਸ ਵੇਵ। ਤੇ ਜਿਹੜੀ ਲਾਈਟ ਹੈ ਉਹ ਆਪਣੀ ਟਰਾਂਸਵਰਸ ਵੇਵ ਦੀ ਫਾਰਮ 'ਚ ਹੀ ਟਰੈਵਲ ਕਰਦੀ ਹੈ, ਠੀਕ ਹੈ। ਹੋਰ ਆਪਣੇ ਕੋਲ ਕੀ ਐਗਜ਼ਾਮਪਲ ਆਏਗੀ ਟਰਾਂਸਵਰਸ ਵੇਵ ਦੀ, ਕਿ ਵੈਨ ਵੀ ਡ੍ਰੌਪ ਏ ਪੈਬਲ ਇਨ ਅ ਪੌਂਡ 'ਚ ਆਪਾਂ ਕੋਈ ਪੈਬਲ ਕੀਤਾ, ਠੀਕ ਹੈ, ਥਰੋ ਕੀਤਾ, ਦ ਵੇਵਸ ਯੂ ਸੀ ਔਨ ਦਾ ਵਾਟਰ ਸਰਫੇਸ ਆਰ ਐਗਜ਼ਾਮਪਲ ਆਫ ਟਰਾਂਸਵਰਸ ਵੇਵਸ। ਥੋੜੀਆਂ ਜਿਹੀਆਂ ਜਿਹੜੀਆਂ ਆਪਾਂ ਨੂੰ ਵੇਵਸ ਨੇ ਉਹ ਉੱਪਰ ਉੱਠੀਆਂ ਹੋਈਆਂ ਦਿਖਦੀਆਂ ਨੇ, ਠੀਕ ਹੈ, ਉਹ ਐਗਜ਼ਾਮਪਲ ਨੇ ਟਰਾਂਸਵਰਸ ਵੇਵ ਦੀਆਂ। ਐਗਜ਼ਾਮਪਲ ਆਪਣੇ ਕੋਲ ਇੱਕ ਲਾਈਟ ਵੀ ਹੈ, ਠੀਕ ਹੈ। ਚਲੋ ਹੁਣ ਤਿੰਨ ਚੀਜ਼ਾਂ ਹੋ ਗਈਆਂ। ਹੁਣ ਜਿਹੜੇ ਸਾਊਂਡ ਵੇਵ ਹੈ ਉਹਦੇ ਕਰੈਕਟਰਿਸਟਿਕਸ ਕੀ ਨੇ, ਆਪਾਂ ਉਹਨੂੰ ਕਿਵੇਂ ਡਿਫਾਈਨ ਕਰ ਸਕਦੇ ਹਾਂ, ਉਹਦੇ ਵਿੱਚ ਹੁੰਦਾ ਕੀ ਕੀ ਹੈ ਇੱਕ ਸਾਊਂਡ ਵੇਵ ਦੇ ਵਿੱਚ। ਇੱਕ ਸਾਊਂਡ ਵੇਵ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਨੰਬਰ 1 ਇਜ਼ ਫ੍ਰੀਕੁਐਂਸੀ। ਸਭ ਤੋਂ ਪਹਿਲਾਂ ਤਾਂ ਕਿਸੇ ਸਾਊਂਡ ਵੇਵ ਦੇ ਵਿੱਚ ਇੱਕ ਟਰਮ ਆਉਂਦੀ ਹੈ ਫ੍ਰੀਕੁਐਂਸੀ, ਨੈਕਸਟ ਇਜ਼ ਐਂਪਲੀਟਿਊਡ ਐਂਡ ਥਰਡ ਇਜ਼ ਸਪੀਡ। ਹੁਣ ਇਹਨਾਂ ਤਿੰਨਾਂ ਨੂੰ 1 by 1 ਦੇਖਦੇ ਹਾਂ ਕਿ ਹੁੰਦਾ ਕੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਸਾਊਂਡ ਵੇਵ ਨੂੰ। ਇੱਕ ਵਾਰੀ ਆਪਾਂ ਅੱਛੀ ਤਰ੍ਹਾਂ ਦੇਖ ਲੈਂਦੇ ਹਾਂ ਨੀਚੇ, ਇਹ ਆਪਣੀ ਬਣੀ ਹੋਈ ਹੈ ਸਾਊਂਡ ਵੇਵ, ਠੀਕ ਹੈ। ਸਪੀਕਰ ਦੇ ਵਿੱਚੋਂ ਸਾਊਂਡ ਨਿਕਲੀ ਹੈ, ਇੱਕ ਕੰਪਰੈਸ਼ਨ, ਦੈਨ ਰੈਰੀਫਿਕੇਸ਼ਨ, ਕੰਪਰੈਸ਼ਨ, ਰੈਰੀਫਿਕੇਸ਼ਨ। ਅਗਰ ਆਪਾਂ ਦੇਖੀਏ ਦੂਜੀ ਫਾਰਮ 'ਚ ਤਾਂ ਇੱਥੇ ਹਾਈ ਪ੍ਰੈਸ਼ਰ, ਠੀਕ ਹੈ, ਨੈਕਸਟ ਇਜ਼ ਲੋ ਪ੍ਰੈਸ਼ਰ। ਹਾਈ ਪ੍ਰੈਸ਼ਰ, ਲੋ ਪ੍ਰੈਸ਼ਰ, ਐਵੇਂ ਦੇ ਆਪਣੇ ਕੋਲ ਰੀਜਨਸ ਬਣੇ ਹੋਏ ਨੇ। ਹੁਣ ਇਹ ਰੀਜਨਸ ਨੂੰ ਇੱਕ ਆਪਾਂ ਦੇਖਿਆ ਵੇਵ ਦੀ ਫਾਰਮ, ਹੁਣ ਇਹ ਜਿਹੜੀ ਵੇਵ ਦੀ ਫਾਰਮ ਨੀਚੇ ਆਈ ਹੈ ਸੀ ਪੋਰਸ਼ਨ 'ਚ, ਕਿਵੇਂ ਆਈ ਹੈ ਇਹਨੂੰ ਦੇਖਦੇ ਹਾਂ। ਸਾਊਂਡ ਵੇਵ ਜੋ ਆਪਾਂ ਹੁਣ ਨੀਚੇ ਦੇਖ ਕੇ ਆਏ ਹਾਂ, in a graphic form is shown in figure, ठीक है, which represents how density and pressure change when sound wave moves in a medium। ਆਪਾਂ ਦੇਖਿਆ ਕਿ ਜਦੋਂ ਵੀ ਇੱਕ ਮੀਡੀਅਮ ਦੇ ਵਿੱਚ ਆਪਣੀ ਸਾਊਂਡ ਵੇਵ ਟਰੈਵਲ ਕਰਦੀ ਆ ਤਾਂ ਪ੍ਰੈਸ਼ਰ ਕਿਵੇਂ ਚੇਂਜ ਹੁੰਦਾ ਹੈ ਐਂਡ ਡੈਂਸਿਟੀ ਕਿਵੇਂ ਚੇਂਜ ਹੁੰਦੀ ਹੈ। ਉਹ ਆਪਾਂ ਦੇਖਿਆ ਹਾਈ ਪ੍ਰੈਸ਼ਰ ਬਣਦਾ, ਲੋ ਪ੍ਰੈਸ਼ਰ ਬਣਦਾ ਹੈ ਨਾ, ਕੰਪਰੈਸ਼ਰਸ ਬਣਦੇ ਨੇ, ਰੈਰੀਫਿਕੇਸ਼ਨਸ ਬਣਦੇ ਨੇ। ਹੁਣ ਆਪਾਂ ਇਹਨਾਂ ਨੂੰ ਰਿਪਰੈਜ਼ੈਂਟ ਕਿਵੇਂ ਕਰਦੇ ਹਾਂ। ਸਭ ਤੋਂ ਪਹਿਲਾਂ ਕੰਪਰੈਸ਼ਨਸ ਕਿਹੜੇ ਰੀਜਨ ਨੇ ਜਿੱਥੇ ਆਪਣੇ ਪਾਰਟੀਕਲਸ ਬਹੁਤ ਜ਼ਿਆਦਾ ਕਰਾਊਡਡ ਫਾਰਮ 'ਚ ਨੇ, ਹਾਈ ਪ੍ਰੈਸ਼ਰ ਹੈ ਉੱਥੇ ਪਾਰਟੀਕਲਸ ਦਾ, ਠੀਕ ਹੈ, ਉਹਨਾਂ ਨੂੰ ਆਪਾਂ ਆਪਣੇ ਕਰਵ ਦਾ ਅਪਰ ਪੋਰਸ਼ਨ ਦਿੰਦੇ ਹਾਂ। They are represented by the upper portion of the curve. The peak represents the region of maximum compression, and thus compressions are regions where density as well as pressure is high। ਹੁਣ ਅਗਰ ਆਪਾਂ ਇਹਨਾਂ ਦੋਵਾਂ ਨੂੰ ਕੰਪੇਅਰ ਕਰੀਏ, ਦੋਨੋਂ ਫਿਗਰਸ ਨੂੰ, ਸਭ ਤੋਂ ਪਹਿਲਾਂ ਆਪਣੇ ਕੋਲ ਕੰਪਰੈਸ਼ਨ ਸੀ। ਕੰਪਰੈਸ਼ਨ 'ਚ ਕੀ ਹੁੰਦਾ ਹੈ, ਹਾਈ ਪਾਰਟੀਕਲਸ, ਸੋ ਆਪਾਂ ਪੀਕ ਰੀਜਨ ਬਣਾਤਾ, ਠੀਕ ਹੈ ਜੀ। ਨੈਕਸਟ ਰੈਰੀਫਿਕੇਸ਼ਨ ਆ ਗਈ। ਰੈਰੀਫਿਕੇਸ਼ਨ 'ਚ ਕੀ ਹੁੰਦਾ, ਲੋ ਹੁੰਦੇ ਨੇ ਆਪਣੇ ਕੋਲ ਪਾਰਟੀਕਲਸ, ਪ੍ਰੈਸ਼ਰ ਲੋ ਹੁੰਦਾ, ਸੋ ਆਪਣਾ ਕੀ ਆ ਗਿਆ ਨੀਚੇ, ਲੋ ਆ ਗਿਆ, ਠੀਕ ਹੈ। ਤਾਂ ਅਗਰ ਇਹਦੇ 'ਚ ਕੀ ਬਣਦੇ ਨੇ, ਆਪਣੇ ਕੋਲ ਬਣਦੇ ਨੇ ਕ੍ਰੈਸਟ ਐਂਡ ਟਰਫਸ। ਜੋ ਪੀਕ ਹੁੰਦੀ ਹੈ ਉਸਨੂੰ ਆਪਾਂ ਕਹਿੰਦੇ ਆ ਕ੍ਰੈਸਟ, ਐਂਡ ਜੋ ਨੀਚੇ ਵਾਲਾ ਪੋਰਸ਼ਨ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਟਰਫ, ਠੀਕ ਹੈ। ਸੋ ਇੱਕ ਵੇਵ ਨੂੰ ਆਪਾਂ ਦੋ ਪੋਰਸ਼ਨਸ ਨਾਲ ਰਿਪਰੈਜ਼ੈਂਟ ਕਰਦੇ ਹਾਂ, a portion of high pressure that is crest and a portion of low pressure that is trough, ਠੀਕ ਹੈ। ਹੁਣ ਨੈਕਸਟ ਆਪਣੇ ਕੋਲ ਇੱਕ ਟਰਮ ਆਉਂਦੀ ਹੈ ਵੇਵਲੈਂਥ। ਸਭ ਤੋਂ ਪਹਿਲਾਂ ਆਪਣੇ ਕੋਲ ਟਰਮ ਆਉਂਦੀ ਹੈ ਵੇਵਲੈਂਥ। ਵੇਵਲੈਂਥ ਕੀ ਹੈ, ਹੁਣ ਜਿੰਨਾ ਡਿਸਟੈਂਸ ਹੋਏਗਾ ਨਾ ਦੋ ਪਾਰਟਿਕੂਲਰ ਕ੍ਰੈਸਟਸ ਦੇ ਵਿੱਚ, ਠੀਕ ਹੈ, ਵੇਵ ਆਈ ਤਾਂ ਕੰਪਰੈਸ਼ਨ, ਰੈਰੀਫਿਕੇਸ਼ਨ, ਕੰਪਰੈਸ਼ਨ, ਰੈਰੀਫਿਕੇਸ਼ਨ ਹੋ ਹੀ ਜਾ ਰਿਹਾ ਹੈ ਨਾ, ਦੈਟਸ ਹਾਊ ਸਾਊਂਡ ਟਰੈਵਲਸ, ਆਪਾਂ ਨੂੰ ਪਤਾ ਹੈ। ਹੁਣ ਜਿੰਨਾ ਡਿਸਟੈਂਸ ਇੱਕ ਪਾਰਟਿਕੂਲਰ ਕ੍ਰੈਸਟ, 1 crest ਐਂਡ 2 crest ਦੇ ਵਿੱਚ ਜਿੰਨਾ ਡਿਸਟੈਂਸ ਹੋਏਗਾ ਉਹਨੂੰ ਆਪਾਂ ਕਹਿੰਦੇ ਆ ਵੇਵਲੈਂਥ, ਐਂਡ ਇਹਨੂੰ ਡਿਨੋਟ ਕਰਦੇ ਆ ਇੱਕ ਸਾਈਨ ਦੇ ਨਾਲ ਜਿਸ ਨੂੰ ਕਹਿੰਦੇ ਆਪਾਂ ਲੈਮਡਾ। ਜ਼ਰੂਰੀ ਨਹੀਂ ਕਿ ਤੁਸੀਂ ਸਿਰਫ ਕ੍ਰੈਸਟ ਹੀ ਕਾਊਂਟ ਕਰਨਾ, ਤੁਸੀਂ ਦੋ ਟਰਫਸ ਵੀ ਲੈ ਸਕਦੇ ਹੋ। ਦੋ ਟਰਫਸ ਦੇ ਵਿੱਚ ਦਾ ਰੀਜਨ ਜੋ ਹੋਏਗਾ ਉਹਨੂੰ ਵੀ ਤੁਸੀਂ ਵੇਵਲੈਂਥ ਕਹਿ ਸਕਦੇ ਹੋ, ਤੇ ਉਹਨੂੰ ਵੀ ਤੁਸੀਂ ਕਹਿ ਸਕਦੇ ਹੋ। ਸੋ ਦ ਡਿਸਟੈਂਸ ਬਿਟਵੀਨ ਟੂ ਕੰਸੈਕਟਿਵ ਕੰਪਰੈਸ਼ਨਸ ਔਰ ਟੂ ਕੰਸੈਕਟਿਵ ਰੈਰੀਫਿਕੇਸ਼ਨਸ ਇਜ਼ ਕਾਲਡ ਦ ਵੇਵਲੈਂਥ, ਐਂਡ ਇਸ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਬਾਈ ਸਿੰਬਲ ਲੈਮਡਾ, ਐਂਡ ਇਹਦੀ ਐਸਆਈ ਯੂਨਿਟ ਕੀ ਹੈ, ਮੀਟਰ, ਬਿਕਾਜ਼ ਇਹ ਕੀ ਰਿਪਰੈਜ਼ੈਂਟ ਕਰ ਰਿਹਾ, ਡਿਸਟੈਂਸ ਹੀ ਰਿਪਰੈਜ਼ੈਂਟ ਕਰ ਰਿਹਾ। ਇਸ ਨੂੰ ਆਪਾਂ ਹੋਰ ਕੀ ਕਹਿ ਸਕਦੇ ਹਾਂ, ਹੁਣ ਅਗਰ ਆਪਾਂ ਧਿਆਨ ਨਾਲ ਦੇਖੀਏ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਨਾ, ਇਟ ਇਜ਼ ਦ ਡਿਸਟੈਂਸ ਆਫਟਰ ਵਿਚ ਅ ਪਾਰਟੀਕੂਲਰ ਵੇਵ ਰਿਪੀਟਸ ਇਟਸੈਲਫ, ਠੀਕ ਹੈ। ਸੋ ਇਹ ਘੱਟ ਤੋਂ ਘੱਟ ਦਾ ਡਿਸਟੈਂਸ ਹੁੰਦਾ ਜਿਹਦੇ ਵਿੱਚ ਕੋਈ ਸਾਊਂਡ ਵੇਵ ਹੈ ਜਿਹੜੀ ਉਹ ਆਪਣੇ ਆਪ ਨੂੰ ਰਿਪੀਟ ਕਰਦੀ ਆ, ਜਾਂ ਕਹਿ ਸਕਦੇ ਹਾਂ ਇੱਕ ਕੰਪਲੀਟ ਵੇਵ ਦਾ ਇਹ ਪੂਰੇ ਦਾ ਪੂਰਾ
ਲੈਂਥ, ਜਿਵੇਂ ਕਿ ਵੇਵ ਇੱਥੋਂ ਸਟਾਰਟ ਹੋਈ ਹੈ ਤੇ ਇੱਥੇ ਜਾ ਕੇ ਹੀ ਖਤਮ ਹੋਏਗੀ। ਸੋ ਇੱਕ ਵੇਵ ਦੇ ਸਟਾਰਟ ਹੋਣ ਤੋਂ ਲੈ ਕੇ ਉਹਦੇ ਖਤਮ ਹੋਣ ਤੱਕ ਦਾ ਜੋ ਪਾਰਟਿਕੂਲਰ ਡਿਸਟੈਂਸ ਹੈ ਉਹਨੂੰ ਵੀ ਆਪਾਂ ਵੇਵ ਲੈਂਥ ਕਹਿ ਦਿੰਦੇ ਹਾਂ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਸੋ ਵੇਵਲੈਂਥ ਨੂੰ ਡਿਫਾਈਨ ਕਰਨ ਦੀਆਂ ਤਿੰਨ ਚੀਜ਼ਾਂ ਹੋ ਗਈਆਂ। ਇਟ ਇਜ਼ ਦ ਡਿਸਟੈਂਸ ਬਿਟਵੀਨ ਟੂ ਕੰਸੈਕਟਿਵ ਕ੍ਰੈਸਟਸ ਔਰ ਟੂ ਕੰਸੈਕਟਿਵ troughs. Second thing is it is the minimum distance in which a sound wave repeat itself. ਘੱਟੋ ਘੱਟ ਡਿਸਟੈਂਸ ਜਿਹਦੇ ਵਿੱਚ ਇੱਕ ਸਾਊਂਡ ਵੇਵ ਆਪਣੇ ਆਪ ਨੂੰ ਰਿਪੀਟ ਕਰਨ ਲੱਗ ਜਾਂਦੀ ਹੈ। ਐਂਡ ਥਰਡ ਆ ਜਾਏਗਾ ਲੈਂਥ ਆਫ ਵਨ ਕੰਪਲੀਟ ਵੇਵ, ਬਿਕਾਜ਼ ਵੇਵ ਇੱਥੋਂ ਸਟਾਰਟ ਹੋ ਕੇ ਇੱਥੇ ਤੱਕ ਗਈ ਹੈ ਤਾਂ ਇਸ ਦੀ ਪੂਰੀ ਇਹਨੇ ਕਿੰਨੀ ਲੈਂਥ ਲਈ ਹੈ, ਇਹ ਵਾਲੀ ਇਹ ਹੋ ਜਾਏਗੀ ਇਸ ਦੀ ਵੇਵ ਲੈਂਥ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਜੋ ਟੌਪਿਕ ਹੈ ਇਹਦੇ ਵਿੱਚ ਨੈਕਸਟ ਕਰੈਕਟਰਿਸਟਿਕ ਇੱਕ ਸਾਊਂਡ ਨੂੰ ਡਿਸਕ੍ਰਾਈਬ ਕਰਨ ਦਾ, ਉਹ ਹੈ ਆਪਣੇ ਕੋਲ ਫ੍ਰੀਕੁਐਂਸੀ। ਫ੍ਰੀਕੁਐਂਸੀ ਜੋ ਹੈ ਇਟ ਟੈਲਸ ਹਾਊ ਫ੍ਰੀਕੁਐਂਟਲੀ ਐਨ ਇਵੈਂਟ ਅਕਰਸ, ਮਤਲਬ ਇਹਦਾ ਦੱਸਣ ਦਾ ਭਾਵ ਇਹ ਹੈ ਕਿ ਕਿੰਨੀ ਜਲਦੀ ਕੋਈ ਇਵੈਂਟ ਹੈ ਉਹ ਅਕਰ ਕਰ ਰਿਹਾ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਕਿੰਨੀ ਜਲਦੀ ਜੋ ਵੇਵਸ ਨੇ ਉਹ ਸੋਰਸ ਤੋਂ ਪ੍ਰੋਡਿਊਸ ਹੋ ਰਹੀਆਂ ਨੇ। So frequency tells us the rate at which the waves are produced by their sources. So ਆਪਾਂ ਕਹਿ ਸਕਦੇ ਹਾਂ ਕਿ ਇੱਕ ਪਾਰਟਿਕੂਲਰ ਸੈਕਿੰਡ ਦੇ ਵਿੱਚ ਕਿੰਨੀਆਂ ਜ਼ਿਆਦਾ ਵੇਵਸ ਪ੍ਰੋਡਿਊਸ ਹੋ ਰਹੀਆਂ ਨੇ, ਉਹ ਹੋ ਜਾਂਦੀ ਹੈ ਉਸਦੀ ਫ੍ਰੀਕੁਐਂਸੀ। ਠੀਕ ਹੈ। the number of vibrations or number of waves per second, ਇੱਕ ਸੈਕਿੰਡ 'ਚ ਆਪਾਂ ਦੇਖਦੇ ਹਾਂ, ਉਹ ਹੋ ਜਾਂਦੀ ਹੈ ਉਸਦੀ ਫ੍ਰੀਕੁਐਂਸੀ। Next, ਹੁਣ ਅਗਰ ਆਪਾਂ ਇਸ ਬੁੱਕ ਦੇ ਅਕੋਰਡਿੰਗ ਦੇਖੀ, suppose you are beating a drum, how many times you are beating the drum in unit time is called frequency. ਇੱਕ particular time ਦੇ ਵਿੱਚ ਤੁਸੀਂ ਕਿੰਨਾ ਜ਼ਿਆਦਾ ਆਪਣਾ drum beat ਕਰ ਰਹੇ ਹੋ, ਉਹ ਹੋ ਜਾਂਦੀ ਹੈ ਤੁਹਾਡੀ frequency. We know that when sound is propagated through a medium, the density of medium oscillates between a maximum and minimum value. ਹਾਂਜੀ, density ਕਿਸੇ ਟਾਈਮ ਬਹੁਤ ਜ਼ਿਆਦਾ ਹੁੰਦੀ ਹੈ ਕੰਪਰੈਸ਼ਨ ਦੀ ਫਾਰਮ 'ਚ, ਕਿਸੇ ਟਾਈਮ density ਬਹੁਤ ਘੱਟ ਹੁੰਦੀ ਹੈ in the form of rarefication. ਠੀਕ ਹੈ। The change in density from maximum value to minimum value and then again to maximum value makes one complete oscillation. Yes, we know कि one wave complete किਵੇਂ ਹੁੰਦੀ ਹੈ, compression, rarefication and then compression. ਤਾਂ ਇਹ ਤਾਂ ਆਪਣੇ ਕੋਲ wave length ਆਈ ਸੀ minimum length of complete wave, ਹੈ ਨਾ। ਸੋ ਕਿੰਨੇ ਇਸ ਚੀਜ਼ ਨੂੰ ਆਪਾਂ ਕਹਿ ਦਿੰਦੇ ਆ oscillation. ਠੀਕ ਹੈ। So means ਕਿ number of oscillations per unit time, or you can say number of waves per unit time, ਉਹ ਹੋ ਜਾਂਦੀ ਹੈ ਉਸਦੀ ਫ੍ਰੀਕੁਐਂਸੀ। ਐਂਡ ਇਸ ਨੂੰ ਆਪਾਂ ਡਿਨੋਟ ਕਰਦੇ ਹਾਂ ਇੱਕ ਸਿੰਬਲ ਦਿਸ। ਇਸ ਨੂੰ ਆਪਾਂ ਬੋਲਦੇ ਹਾਂ, ਦੇਖਣ 'ਚ ਵੀ ਵਰਗਾ ਬਟ ਆਪਾਂ ਇਸ ਨੂੰ ਬੋਲਦੇ ਹਾਂ ਨਿਊ। ਓਕੇ। ਐਂਡ ਇਹਦੀ ਜੋ ਐਸਆਈ ਯੂਨਿਟ ਹੈ ਉਹ ਹੈ ਹਰਟਸ। ਐਂਡ ਇਸ ਨੂੰ ਆਪਾਂ ਲਿਖਦੇ ਹਾਂ HZ। ਠੀਕ ਹੈ ਜੀ। ਹੁਣ ਨੈਕਸਟ ਆਪਣੇ ਕੋਲ ਜੋ ਟਰਮ ਹੈ ਉਹ ਹੈ ਟਾਈਮ ਪੀਰੀਅਡ। ਠੀਕ ਹੈ। ਟਾਈਮ ਪੀਰੀਅਡ ਕੀ ਹੈ ਕਿ ਇੱਕ ਪਾਰਟਿਕੂਲਰ ਵੇਵ ਨੂੰ ਬਣਾਉਣ ਦੇ ਲਈ ਜੋ ਸੋਰਸ ਹੈ ਉਹ ਕਿੰਨਾ ਟਾਈਮ ਲੈ ਰਿਹਾ, ਦ ਟਾਈਮ ਰਿਕੁਆਇਰਡ ਟੂ ਪ੍ਰੋਡਿਊਸ ਵਨ ਕੰਪਲੀਟ ਵੇਵ, ਉਹ ਹੋ ਜਾਏਗਾ ਟਾਈਮ ਪੀਰੀਅਡ। ਔਰ ਵੀ ਕੈਨ ਸੇ ਦ ਟਾਈਮ ਟੇਕਨ ਟੂ ਕੰਪਲੀਟ ਵਨ ਵਾਈਬ੍ਰੇਸ਼ਨ। ਠੀਕ ਹੈ। ਔਰ ਵੀ ਕੈਨ ਥਰਡ ਕੀ ਆ ਜਾਏਗੀ, ਪਹਿਲਾਂ ਤਾਂ ਆ ਗਿਆ ਕਿ ਟਾਈਮ ਰਿਕੁਆਇਰਡ ਟੂ ਪ੍ਰੋਡਿਊਸ ਵਨ ਵੇਵ, ਸੈਕਿੰਡ ਆ ਜਾਏਗਾ ਦ ਟਾਈਮ ਟੇਕਨ ਬਾਈ ਟੂ ਕੰਸੈਕਟਿਵ ਕੰਪਰੈਸ਼ਨਸ ਔਰ ਟੂ ਰੈਰੀਫਿਕੇਸ਼ਨਸ, ਹੈ ਨਾ। ਆ ਦੇਖੋ, one compression, rarefication and two compression. So time taken by two compressions, है ना, ਉਹ ਹੋ ਜਾਏਗਾ ਉਸ ਵੇਵ ਦਾ ਟਾਈਮ ਪੀਰੀਅਡ। ਠੀਕ ਹੈ ਜੀ। ਇਹ ਹੋ ਗਿਆ। ਹੁਣ ਟਾਈਮ ਪੀਰੀਅਡ ਕੀ ਹੈ, ਫ੍ਰੀਕੁਐਂਸੀ ਆਪਾਂ ਦੇਖਿਆ ਨਾ ਕਿ ਕਿੰਨੀਆਂ ਵੇਵਸ ਪ੍ਰੋਡਿਊਸ ਹੋ ਰਹੀਆਂ ਨੇ। ਸੋ ਫ੍ਰੀਕੁਐਂਸੀ ਕੀ ਹੋ ਜਾਏਗੀ, 1 by time, ਕਿ ਇੱਕ ਟਾਈਮ ਦੇ ਵਿੱਚ ਕਿੰਨੀ ਜ਼ਿਆਦਾ ਫ੍ਰੀਕੁਐਂਸੀ ਆ ਰਹੀ ਹੈ ਵੇਵਸ ਪ੍ਰੋਡਿਊਸ ਹੋਣ ਦੀ। ਸੋ ਦੈਟਸ ਹਾਊ ਫ੍ਰੀਕੁਐਂਸੀ ਐਂਡ ਟਾਈਮ ਪੀਰੀਅਡ ਆਰ ਰਿਲੇਟਡ। ਫ੍ਰੀਕੁਐਂਸੀ ਇਜ਼ 1 by time, 1 by t। ਨੈਕਸਟ ਜੋ ਆਪਣੇ ਕੋਲ ਟਰਮ ਆਉਂਦੀ ਹੈ ਉਹ ਹੈ ਪਿਚ। ਕਿ ਪਿਚ ਕੀ ਹੁੰਦੀ ਹੈ। ਠੀਕ ਹੈ। ਪਿਚ ਹੁੰਦੀ ਹੈ how the brain interprets the frequency of an emitted sound is called its pitch. ਕਿ ਕਿਸੇ ਵੀ ਜੋ ਸਾਊਂਡ ਪ੍ਰੋਡਿਊਸ ਹੋਈ ਹੈ, ਬ੍ਰੇਨ ਉਸ ਨੂੰ ਕਿੰਨੀ ਇੰਟੈਂਸਿਟੀ ਤੇ ਮੰਨ ਰਿਹਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਹੋ ਗਈ ਉਸਦੀ ਪਿਚ। ਹੁਣ ਜਿੰਨੀ ਜ਼ਿਆਦਾ ਵਾਈਬ੍ਰੇਸ਼ਨਸ ਹੋਣਗੀਆਂ ਉਨੀ ਜ਼ਿਆਦਾ ਫ੍ਰੀਕੁਐਂਸੀ ਹੋਊਗੀ ਐਂਡ ਉਨੀ ਜ਼ਿਆਦਾ ਉਹਦੀ ਪਿਚ ਹੋਏਗੀ। ਹੁਣ ਜ਼ਿਆਦਾ ਪਿਚ ਹੈ ਤਾਂ ਮੀਨਸ ਦੈਟ ਕਿ ਕੀ ਹੋਏਗਾ, ਜ਼ਿਆਦਾ ਕੰਪਰੈਸ਼ਨਸ ਆ ਰਹੇ ਨੇ, ਜ਼ਿਆਦਾ ਰੈਰੀਫਿਕੇਸ਼ਨਸ ਆ ਰਹੇ ਨੇ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਇਹਦੇ ਵਿੱਚ ਜੋ ਟਰਮ ਹੈ that is amplitude।
कि एम्पलीट्यूड की होंगे अपने को फोर्थ टर्म आई है पहला आई सी वेवलेंथ फ्रीक्वेंसी टाइम पीरियड एंड नेक्स्ट इज एम्पलीट्यूड it is the magnitude of maximum disturbance in the medium on either side of mean value means के अगर ਆਪਾਂ ਗੱਲ करिए कि let this is be our wave sorry for drawing ਤਾਂ ਜਿੰਨੀ ਜ਼ਿਆਦਾ ਡਿਸਟਰਬੈਂਸ ਹੋ ਰਹੀ ਹੈ ਇਹ ਵਾਲਾ ਡਿਸਟੈਂਸ this is called the amplitude ਤੇ ਇਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ with letter A ਠੀਕ ਹੈ ਨੈਕਸਟ ਹੈ ਕਿਸੇ ਵੀ ਸਾਊਂਡ ਦੀ ਸੌਫਟਨੈਸ ਜਾਂ ਲਾਊਡਨੈਸ ਕਿੰਨੀ ਜ਼ਿਆਦਾ ਹੈ ਉਹ ਉਸ ਦੀ ਐਂਪਲੀਟਿਊਡ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਠੀਕ ਹੈ ਨੈਕਸਟ ਇਜ਼ ਹੁਣ ਜਿਹੜੀ ਵੀ ਸਾਊਂਡ ਆਪਾਂ ਬਹੁਤ ਜ਼ਿਆਦਾ ਲਾਊਡ ਬੋਲ ਰਹੇ ਹਾਂ ਤਾਂ ਮੀਨਸ ਦੈਟ ਕਿ ਉਹਦਾ ਐਂਪਲੀਟਿਊਡ ਬਹੁਤ ਜ਼ਿਆਦਾ ਹੈ ਜਿਹੜੀ ਸਾਊਂਡ ਸੌਫਟ ਹੋਏਗੀ ਉਹਦਾ ਐਂਪਲੀਟਿਊਡ ਕਿੰਨਾ ਹੋਏਗਾ ਬਹੁਤ ਜ਼ਿਆਦਾ ਘੱਟ ਹੋਏਗਾ ਇਹ ਆ ਜਾਂਦੀ ਆਪਣੀ ਵੇਵ ਠੀਕ ਹੈ ਹੁਣ ਇਹਦੇ ਵਿੱਚ ਦੇਖੋ ਇਹ ਸੌਫਟ ਸਾਊਂਡ ਹੈ ਇਹਦਾ ਐਂਪਲੀਟਿਊਡ ਕਿੰਨਾ ਜ਼ਿਆਦਾ ਘੱਟ ਹੈ ਹੁਣ ਇਹ ਲਾਊਡਰ ਸਾਊਂਡ ਹੈ ਇਹਦਾ ਐਂਪਲੀਟਿਊਡ ਕਿੰਨਾ ਜ਼ਿਆਦਾ ਹੈ ਠੀਕ ਹੈ ਇਹ ਮੇਨਲੀ ਇਹੀ ਹੈ ਕਿ ਜੋ ਆਪਣੇ ਪਾਰਟੀਕਲਸ ਨੇ ਉਹ ਕਿੰਨੀ ਜ਼ਿਆਦਾ ਆਪਣੀ ਪਲੇਸ ਤੋਂ ਡਿਸਪਲੇਸ ਹੁੰਦੇ ਨੇ ਜੇ ਜ਼ਿਆਦਾ ਲਾਊਡਰ ਹੋਏਗਾ ਤਾਂ ਉਹ ਜ਼ਿਆਦਾ ਡਿਸਪਲੇਸ ਹੋਣਗੇ ਨੈਕਸਟ ਆਪਣੇ ਕੋਲ ਜੋ ਟਰਮ ਆਉਂਦੀ ਹੈ ਉਹ ਹੈ ਕਿ ਸਪੀਡ ਆਫ ਸਾਊਂਡ ਕੀ ਹੈ ਸਪੀਡ ਆਫ ਸਾਊਂਡ ਇਜ਼ ਉਹੀ ਚੀਜ਼ ਹੈ ਕਿ ਇੱਕ ਪਾਰਟਿਕੂਲਰ ਟਾਈਮ ਦੇ ਵਿੱਚ ਜੋ ਆਪਣੀ ਵੇਵ ਹੈ ਉਹ ਕਿੰਨਾ ਜ਼ਿਆਦਾ ਟਰੈਵਲ ਕਰ ਰਹੀ ਹੈ ਠੀਕ ਹੈ ਹੁਣ ਆਪਾਂ ਕੀ ਦੇਖਿਆ ਸੀ ਵੇਵਲੈਂਥ ਦੇਖੀ ਸੀ ਨਾ ਬਿਟਵੀਨ particular wave the distance between one compression and two consecutive compressions and two consecutive rarifications ਉਹ ਕੀ ਸੀਗਾ distance and distance ਆਪਾਂ ਕੀ measure ਕਰ ਰਹੇ ਹਾਂ in sound that is lambda so speed ਕੀ ਹੋ ਜਾਏਗੀ lambda by t ਅਗਰ ਆਪਾਂ ਦੇਖੀਏ 1/t ਨੂੰ ਆਪਾਂ ਕੀ ਰਿਪਰੈਜ਼ੈਂਟ ਕਰਦੇ ਹਾਂ ਨਿਊ frequency so speed of sound is wavelength into frequency ठीक है जी अपने को एक न्यूमेरिकल आया उसਨੂੰ कंसीडर कर लेने सब तो पहला a sound wave has a frequency of 2 kilohertz अपने को frequency कितनी दी हुई है 2 kilohertz and wavelength 35 centimeter how long it will take to travel कितना distance कितना टाइम हो लेगी सब तो पहला frequency कितनी है 2 kilohertz ਆਪਾਂ ਸਿੰਪਲ hertz ਚ ਲੈ ਕੇ ਆਏ ਹਾਂ into 1000 ਵੇਵਲੈਂਥ ਹੈ ਮੀਟਰਸ ਚ ਲੈਣੀ ਹੁੰਦੀ ਹੈ 35 ਦਿੱਤੀ ਹੋਈ ਹੈ ਸੈਂਟੀਮੀਟਰ ਨੂੰ ਮੀਟਰ ਚ ਕਨਵਰਟ ਕੀਤਾ ਡਿਵਾਈਡ ਬਾਈ 100 that is 0.35 ਮੀਟਰ ਹੁਣ ਸਪੀਡ ਕੀ ਆ ਜਾਏਗੀ ਆਪਣੇ ਕੋਲ ਵੇਵਲੈਂਥ ਇਨਟੂ ਫ੍ਰੀਕੁਐਂਸੀ ਵੇਵਲੈਂਥ ਇਨਟੂ ਫ੍ਰੀਕੁਐਂਸੀ ਕੀਤੀ ਆਪਣੇ ਕੋਲ ਸਪੀਡ ਕਿੰਨੀ ਆ ਗਈ 700 ਮੀਟਰ ਪਰ ਸੈਕਿੰਡ ਇਹ ਆ ਗਈ ਉਸਦੀ ਸਪੀਡ ਹੁਣ ਆਪਾਂ ਫਾਈਂਡ ਕੀ ਕਰਨਾ ਸੀਗਾ ਕਿ ਕਿੰਨਾ डिस्टेंस ट्रैवल करेगी कितना टाइम लेगी 1.5 किलोमीटर ट्रैवल करन ਨੂੰ ਹੁਣ ਆਪਣਾ ਫਾਰਮੂਲਾ ਕੀ ਹੁੰਦਾ ਸਪੀਡ ਇਜ਼ ਇਕੁਅਲਸ ਟੂ डिस्टेंस इनटू टाइम ਫਾਰਮੂਲਾ ਚ ਵੈਲਿਊ ਪੁੱਟ ਕੀਤੀ ਐਂਡ ਆਪਣੇ ਕੋਲ ਵੈਲਿਊ ਆ ਗਈ 2.1 ਸੈਕਿੰਡ ਨੈਕਸਟ ਇਜ਼ ਸਪੀਡ ਆਫ ਸਾਊਂਡ ਇਨ ਡਿਫਰੈਂਟ ਮੀਡੀਅਮ ਕਿ ਡਿਫਰੈਂਟ ਮੀਡੀਅਮਸ ਦੇ ਵਿੱਚ ਜੋ ਆਪਣੀ ਸਪੀਡ ਹੈ ਉਹ ਕਿੰਨੀ ਜ਼ਿਆਦਾ ਹੋਏਗੀ ਸਾਊਂਡ ਦੀ ਠੀਕ ਹੈ ਜਿਵੇਂ ਹੁਣ 에ਅਰ ਦਾ ਨੂੰ ਆਪਾਂ ਕਾਮਨ ਮੀਡੀਅਮ ਲੈ ਕੇ ਚੱਲਦੇ ਹਾਂ ਠੀਕ ਹੈ ਡਿਪੈਂਡ ਕਰਦਾ ਕਿ ਕਿਸ ਦੇ ਪਾਰਟੀਕਲਸ ਕਿੰਨੇ ਕਲੋਜ਼ਲੀ ਪੈਕਡ ਨੇ ਉਸ ਤੇ ਡਿਪੈਂਡ ਕਰੇਗੀ ਉਹਦੀ ਸਪੀਡ ਆਫ ਸਾਊਂਡ ਉਸ ਤੋਂ ਬਾਅਦ ਜੋ ਆਪਣੇ ਕੋਲ ਨੈਕਸਟ ਆਉਂਦਾ ਹੈ ਕਿ ਸਪੀਡ ਆਫ ਸਾਊਂਡ ਦਾ ਟੈਂਪਰੇਚਰ ਦੇ ਨਾਲ ਕੀ ਰਿਲੇਸ਼ਨ ਹੈ ਦ ਸਪੀਡ ਆਫ ਸਾਊਂਡ in a medium depends on the temperature of medium ਬਿਲਕੁਲ ਜੀ ਹੁਣ speed of sound decreases when we go from solid to gas ਜਦੋਂ ਆਪਾਂ ਜਾਂਦੇ ਹਾਂ ਉਦੋਂ speed of sound ਘਟ ਜਾਂਦੀ ਹੈ ਕਿਉਂ ਬਿਕਾਜ਼ ਗੈਸੀਅਸ ਜੋ ਪਾਰਟੀਕਲਸ ਨੇ ਉਹ ਬਹੁਤ ਦੂਰ ਹੁੰਦੇ ਨੇ ਠੀਕ ਹੈ ਪਾਰਟੀਕਲਸ ਨੂੰ ਕੰਪਰੈਸ਼ਨ ਐਂਡ ਰਾਰੀਫਿਕੇਸ਼ਨ ਕਰਨ 'ਚ ਪ੍ਰੋਬਲਮ ਆਉਂਦੀ ਹੈ ਹੁਣ ਅਗਰ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਦੇ ਨਾਲ ਜੋ ਸਪੀਡ ਆਫ ਸਾਊਂਡ ਹੈ ਉਹ ਇਨਕਰੀਜ਼ ਕਰਦੀ ਹੈ ਜਿਵੇਂ ਕਿ ਸਪੀਡ ਆਫ ਸਾਊਂਡ ਅਗਰ ਆਪਾਂ 에ਅਰ ਦੇ ਵਿੱਚ ਹੀ ਗੱਲ ਕਰੀਏ 0 ਡਿਗਰੀ ਸੈਲਸੀਅਸ ਤੇ ਹੈਗੀ ਹੈ 331 ਮੀਟਰ ਪਰ ਸੈਕਿੰਡ ਐਂਡ 22 ਡਿਗਰੀ ਸੈਲਸੀਅਸ ਤੇ ਹੈਗੀ ਹੈ 344 ਮੀਟਰ ਪਰ ਸੈਕਿੰਡ ਹੁਣ ਰੀਜ਼ਨ ਕੀ ਹੋ ਸਕਦਾ ਰੀਜ਼ਨ ਇਹ ਹੋ ਸਕਦਾ ਕਿ ਜਿਵੇਂ ਜਿਵੇਂ ਟੈਂਪਰੇਚਰ ਇਨਕਰੀਜ਼ ਕਰਦਾ ਜੋ ਪਾਰਟੀਕਲਸ ਨੇ ਉਹਨਾਂ ਦੀ ਜੋ ਕਾਇਨੇਟਿਕ એનર્ਜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਜੋ ਮੋਸ਼ਨ ਹੈ ਉਹ ਬਹੁਤ ਫਾਸਟ ਹੋ ਰਿਹਾ ਹੁੰਦਾ ਠੀਕ ਹੈ ਆਪਣੀ ਪੋਜੀਸ਼ਨ ਤੇ ਆਸੀਲੇਟ ਕਰਦੇ ਰਹਿੰਦੇ ਨੇ ਇਸ ਕਰਕੇ ਸਾਊਂਡ ਨੂੰ ਟਰੈਵਲ ਕਰਨ ਦੇ ਵਿੱਚ ਕਾਫੀ ਜ਼ਿਆਦਾ ਜੋ ਹੈ ਈਜ਼ ਹੋ ਜਾਂਦੀ ਹੈ ਆਪਾਂ ਨੂੰ ਟੇਬਲ ਵੀ ਦਿੱਤਾ ਹੋਇਆ ਕਿ ਸੋਲਿਡ ਦੇ ਵਿੱਚ ਸਪੀਡ ਕਿੰਨੀ ਹੈ ਦੇਖੋ ਕਿੰਨੀ ਜ਼ਿਆਦਾ ਹਾਈ ਹੈ ਲਿਕੁਇਡ ਦੇ ਵਿੱਚ ਸਪੀਡ ਥੋੜੀ ਘਟ ਜਾਂਦੀ ਹੈ ਜਿਵੇਂ ਵਾਟਰ ਦੀ 1531 ਹੀ ਹੈ ਐਂਡ ਗੈਸੀਅਸ ਦੇ ਵਿੱਚ ਤਾਂ ਬਿਲਕੁਲ ਹੀ ਘਟ ਜਾਂਦੀ ਹੈ ਨੈਕਸਟ ਜੋ ਆਪਣੇ ਕੋਲ ਟਰਮ ਆਂਦੀ ਹੈ ਉਹ ਹੈ ਸੋਨਿਕ ਬੂਮ ਜਦੋਂ ਵੀ ਕਿਸੇ ਵੀ ਆਬਜੈਕਟ ਦੀ ਜਿਹੜੀ ਸਪੀਡ ਹੈ ਨਾ ਉਹ ਸਪੀਡ ਆਫ ਸਾਊਂਡ ਨੂੰ
ਐਕਸੀਡ ਕਰ ਜਾਵੇ। ਬੇਸਿਕਲੀ ਜੋ ਆਪਾਂ ਸਪੀਡ ਆਫ ਸਾਊਂਡ ਲੈ ਕੇ ਚੱਲਦੇ ਆ ਨਾ, ਉਹ 331 ਮੀਟਰ ਪਰ ਸੈਕਿੰਡ ਲੈ ਕੇ ਚੱਲਦੇ ਆ। ਜਦੋਂ ਕੋਈ ਵੀ ਕਿਸੇ ਵੀ ਆਬਜੈਕਟ ਦੀ ਸਪੀਡ ਇਸ ਸਪੀਡ ਤੋਂ ਵੀ ਅੱਗੇ ਜ਼ਿਆਦਾ ਚਲੀ ਜਾਵੇ ਤਾਂ ਆਪਾਂ ਕਹਾਂਗੇ ਕਿ ਉਹ ਆਬਜੈਕਟ ਨਾ ਸੁਪਰਸੋਨਿਕ ਸਪੀਡ ਤੇ ਚੱਲ ਰਿਹਾ। ਜਿਵੇਂ ਕਿ ਆਪਣੀਆਂ ਬੁਲੇਟਸ ਹੋ ਗਈਆਂ, ਜੈਟ ਐਰੋਪਲੇਨਸ ਹੋ ਗਏ, ਠੀਕ ਹੈ, ਉਹ ਸਾਰੇ ਤਕਰੀਬਨ ਸੁਪਰਸੋਨਿਕ ਸਪੀਡ ਤੇ ਹੀ ਟਰੈਵਲ ਕਰਦੇ ਨੇ। ਹੁਣ ਸੋਨਿਕ ਬੂਮ ਕੀ ਹੁੰਦਾ ਹੈ, ਜਦੋਂ ਵੀ ਸਾਊਂਡ ਇੰਨੀ ਜ਼ਿਆਦਾ ਸਪੀਡ ਤੇ ਟਰੈਵਲ ਕਰ ਰਹੀ ਹੈ, ਸੁਪਰਸੋਨਿਕ ਸਪੀਡ ਤੇ ਟਰੈਵਲ ਕਰ ਰਹੀ ਹੈ, ਤਾਂ ਏਅਰ ਦੇ ਵਿੱਚ ਨਾ ਸ਼ੌਕ ਵੇਵਸ ਪ੍ਰੋਡਿਊਸ ਕਰ ਦਿੰਦੀ ਹੈ। ਮੀਨਸ ਕਿ ਬਹੁਤ ਜ਼ਿਆਦਾ ਐਨਰਜੀ ਪ੍ਰੋਡਿਊਸ ਕਰ ਦਿੰਦੀ ਹੈ ਐਂਡ ਇਸ ਐਨਰਜੀ ਦੇ ਕਰਕੇ ਬਹੁਤ ਜ਼ਿਆਦਾ ਸ਼ਾਰਪ ਐਂਡ ਲਾਊਡ ਸਾਊਂਡ ਪ੍ਰੋਡਿਊਸ ਹੁੰਦੀ ਹੈ, ਜਿਸ ਨੂੰ ਆਪਾਂ ਕਹਿੰਦੇ ਹਾਂ ਸੋਨਿਕ ਬੂਮ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਆਉਂਦਾ ਹੈ ਕੰਸੈਪਟ ਰਿਫਲੈਕਸ਼ਨ ਆਫ ਸਾਊਂਡ, ਰਿਫਲੈਕਸ਼ਨ ਆਫ ਲਾਈਟ। ਆਪਾਂ ਦੇਖਿਆ ਨੈਕਸਟ ਹੈ ਰਿਫਲੈਕਸ਼ਨ ਆਫ ਸਾਊਂਡ। ਹੁਣ ਸਾਊਂਡ ਜੋ ਹੈ ਨਾ, ਉਹ ਵੀ ਵਾਲ ਨੂੰ ਜਾਂ ਪਰਟੀਕੂਲਰ ਆਬਜੈਕਟਸ ਨੂੰ ਸਟਰਾਈਕ ਕਰਕੇ ਵਾਪਿਸ ਆਉਂਦੀ ਹੈ। ਠੀਕ ਹੈ, ਤਾਂ ਆਪਾਂ ਕਹਿ ਦਿੰਦੇ ਹਾਂ ਕਿ ਆਪਣੀ ਸਾਊਂਡ ਕੀ ਹੋਗੀ, ਰਿਫਲੈਕਟ ਹੋ ਰਹੀ ਹੈ। ਐਂਡ ਜੋ ਸਾਊਂਡ ਹੈ ਉਹ ਵੀ ਲਾਈਟ ਵਾਲੇ ਜੋ ਲਾਜ਼ ਆਫ ਰਿਫਲੈਕਸ਼ਨ ਨੇ ਉਹਨਾਂ ਸਾਰਿਆਂ ਨੂੰ ਉਹ ਫੋਲੋ ਕਰਦੀ ਹੈ। ਕੀ ਸੀਗੇ ਕਿ incident ray, reflected ray and normal all lie on the same plane, ਹੈ ਨਾ, ਉਹ ਸਾਰਾ ਕੁਝ ਉਹ ਇੱਕ ਸਾਊਂਡ ਵੀ ਫੋਲੋ ਕਰਦੀ ਹੈ। ਹੁਣ ਸਾਊਂਡ ਦੀ ਰਿਫਲੈਕਸ਼ਨ ਦੇ ਨਾਲ ਆਪਣੇ ਕੋਲ ਕੀ ਕੀ ਟੌਪਿਕਸ ਆਉਂਦੇ ਨੇ ਉਹਨਾਂ ਨੂੰ ਦੇਖਦੇ ਆ। ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਆਉਂਦਾ ਹੈ ਈਕੋ। ਈਕੋ ਕੀ ਹੁੰਦਾ? ਅਗਰ ਆਪਾਂ ਕਿਸੇ ਰਿਫਲੈਕਟਿੰਗ ਆਬਜੈਕਟ, ਜਿਵੇਂ ਕਿ ਕੋਈ ਵੱਡੀ ਸਾਰੀ ਬਿਲਡਿੰਗ ਹੈ ਜਾਂ ਮਾਊਂਟੇਨ ਹੈ, ਠੀਕ ਹੈ, ਉਹਦੇ ਨਹੀਂ ਬਿਲਕੁਲ ਕਲੋਜ਼ ਜਾ ਕੇ ਆਪਾਂ ਸ਼ਾਊਟ ਕਰਦੇ ਹਾਂ ਜਾਂ ਕਲੈਪ ਕਰਦੇ ਹਾਂ, ਤਾਂ ਆਪਾਂ ਨੂੰ ਉਹੀ ਸਾਊਂਡ ਫਿਰ ਤੋਂ ਸੁਣਨ ਨੂੰ ਮਿਲਦੀ ਹੈ। ਵੀ ਹੀਅਰ ਦੈਟ ਸਾਊਂਡ ਅਗੇਨ ਵਿਦ ਅ ਲਿਟਲ ਲੇਟਰ, ਥੋੜੇ ਟਾਈਮ ਦੇ ਬਾਅਦ। ਠੀਕ ਹੈ, ਤਾਂ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਈਕੋ ਪ੍ਰੋਡਿਊਸ ਹੋਈ ਹੈ। ਯੂਜੂਅਲੀ ਇਹਦਾ ਜੋ ਟਾਈਮਿੰਗ ਹੁੰਦੀ ਹੈ ਈਕੋ ਸੁਣਨ ਦੀ, ਉਹ ਹੁੰਦੀ ਹੈ 0.1 ਸੈਕਿੰਡ। ਅਗਰ ਆਪਾਂ ਨਾਰਮਲ ਕੰਡੀਸ਼ਨਸ ਲਈਏ ਕਿ ਸਪੀਡ ਆਫ ਸਾਊਂਡ ਇਜ਼ 344 ਮੀਟਰ ਪਰ ਸੈਕਿੰਡ ਐਂਡ ਟੈਂਪਰੇਚਰ ਜੋ ਹੈ ਉਸ ਟਾਈਮ ਏਅਰ ਦੇ ਵਿੱਚ ਉਹ 22 ਡਿਗਰੀ ਸੈਲਸੀਅਸ ਹੈ, ਤਾਂ ਜੋ ਸਪੀਡ ਆਫ ਸਾਊਂਡ ਹੋਏਗੀ ਨਾ ਈਕੋ ਦੀ, ਉਹ ਆਪਾਂ ਨੂੰ 0.1 ਸੈਕਿੰਡ ਦੇ ਵਿੱਚ ਆਪਾਂ ਨੂੰ ਈਕੋ ਜੋ ਹੈ ਉਹ ਦੁਬਾਰਾ ਸੁਣੇਗਾ। ਠੀਕ ਹੈ, ਨੈਕਸਟ ਆਪਣੇ ਕੋਲ ਜੋ ਟੌਪਿਕ ਹੈ ਉਹ ਹੈ ਰਿਵਰਬੀਰੇਸ਼ਨ। ਰਿਵਰਬੀਰੇਸ਼ਨ ਕੀ ਹੈ? ਰਿਵਰਬੀਰੇਸ਼ਨ ਹੈ ਕਿ ਕੋਈ ਸਾਊਂਡ ਜੋ ਹੈ ਇਹ ਆ ਜਾਂਦਾ ਆਪਣੇ ਕੋਲ ਮਲਟੀਪਲ ਰਿਫਲੈਕਸ਼ਨਸ। ਵੀ ਕੈਨ ਸੇ ਕੋਈ ਬਿਗ ਹਾਲ ਹੈ, ਠੀਕ ਹੈ, the sound created in a big hall will persist by repeated reflections from the walls until it is reduced to a value where it is no longer audible. Means ਕਿ ਇੱਕ ਹਾਲ ਦੇ ਵਿੱਚ ਕੋਈ ਕਨਸਰਟ ਚੱਲ ਰਿਹਾ ਮੰਨ ਲਓ ਐਂਡ ਉਹਦੇ ਵਿੱਚ ਸਾਊਂਡ ਕ੍ਰੀਏਟ ਹੋਈ ਹੈ, ਉਹ ਰਿਫਲੈਕਟ ਹੋ ਕੇ ਉਨਾ ਟਾਈਮ ਵਾਲਸ ਦੇ ਨਾਲ ਰਿਫਲੈਕਟ ਹੁੰਦੀ ਰਹੇਗੀ ਜਿੰਨਾ ਟਾਈਮ ਉਹਦੀ ਜੋ ਵੈਲਿਊ ਹੈ ਉਹ ਇੰਨੀ ਘੱਟ ਨਹੀਂ ਜਾਂਦੀ ਕਿ ਆਪਾਂ ਉਹਨੂੰ ਸੁਣ ਨਾ ਸਕੀਏ। ਠੀਕ ਹੈ, ਜਦ ਤੱਕ ਉਹ ਆਡੀਬਲ ਨਹੀਂ ਰਹਿ ਜਾਂਦੀ, ਸੁਣਨਯੋਗ ਨਹੀਂ ਰਹਿ ਜਾਂਦੀ, ਉਨਾ ਟਾਈਮ ਜੋ ਸਾਊਂਡ ਹੈ ਉਹ ਰਿਫਲੈਕਟ ਹੁੰਦੀ ਰਹਿੰਦੀ ਹੈ ਵਾਲਸ ਦੇ ਨਾਲ, ਤੇ ਉਸ ਚੀਜ਼ ਨੂੰ ਆਪਾਂ ਕਹਿ ਦਿੰਦੇ ਹਾਂ ਰਿਵਰਬੀਰੇਸ਼ਨ। ਦ ਰਿਪੀਟਡ reflection that results in this persistence of sound is called reverberation, and ਇਹ ਚੀਜ਼ ਆਪਾਂ ਨੂੰ ਮਿਲਦੀ ਹੈ in auditoriums or concert halls. ਨੈਕਸਟ ਹੈ ਯੂਜ਼ਸ ਆਫ ਮਲਟੀਪਲ ਰਿਫਲੈਕਸ਼ਨਸ। ਜੋ ਆਪਾਂ ਮਲਟੀਪਲ ਰਿਫਲੈਕਸ਼ਨਸ ਦੀ ਗੱਲ ਕਰ ਰਹੇ ਹਾਂ, ਇਹਦੇ ਯੂਜ਼ਸ ਕੀ ਨੇ? ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਜੋ ਮੈਗਾਫੋਨਸ ਨੇ ਆਪਣੇ ਜਾਂ ਹੌਰਨਸ ਨੇ, ਠੀਕ ਹੈ, ਮਿਊਜ਼ੀਕਲ ਇੰਸਟਰੂਮੈਂਟਸ ਜਿਵੇਂ ਟਰੰਪੈਟਸ ਹੋ ਗਏ, ਸ਼ਹਿਨਾਈਜ਼ ਹੋ ਗਈਆਂ, ਇਹ ਐਵੇਂ ਡਿਜ਼ਾਈਨ ਕੀਤੀਆਂ ਗਈਆਂ ਨੇ ਕਿ ਜੋ ਸਾਊਂਡ ਹੈ ਉਹ ਇੱਕ ਪਰਟੀਕੂਲਰ ਡਾਇਰੈਕਸ਼ਨ 'ਚ ਹੀ ਜਾਵੇ ਐਂਡ ਸਰਾਊਂਡਿੰਗਸ ਦੇ ਵਿੱਚ ਉਹ ਸਪਰੈਡ ਨਾ ਹੋਵੇ। ਠੀਕ ਹੈ ਜੀ। ਤੇ ਇਹ ਵਾਲੇ ਜੋ ਇੰਸਟਰੂਮੈਂਟਸ ਨੇ ਨਾ, ਇਹਨਾਂ ਦੇ ਇੱਕ ਆਪਾਂ ਦੇਖਿਆ ਕਿ ਪਿੱਛੋਂ ਲੌਂਗ ਟਿਊਬ ਹੁੰਦੀ ਹੈ ਐਂਡ ਅੱਗੇ ਜਾ ਕੇ ਕੌਨੀਕਲ ਓਪਨਿੰਗਸ ਹੁੰਦੀਆਂ ਨੇ। ਠੀਕ ਹੈ, ਐਂਡ ਉਹ ਕੀ ਕਰਦੀਆਂ ਨੇ, ਜੋ ਕੌਨੀਕਲ ਓਪਨਿੰਗਸ ਹੁੰਦੀਆਂ ਨੇ ਉਹ ਸਾਊਂਡ ਨੂੰ ਅੱਛੀ ਤਰ੍ਹਾਂ ਰਿਫਲੈਕਟ ਕਰ ਦਿੰਦੀਆਂ ਨੇ। ਨੈਕਸਟ ਆਪਣੇ ਕੋਲ ਆਉਂਦਾ ਹੈ ਸਟੈਥੋਸਕੋਪ। ਸਟੈਥੋਸਕੋਪ ਕੀ ਹੈ ਕਿ ਜੋ ਆਪਣੀ ਬੋਡੀ ਦੇ ਅੰਦਰ ਮੇਨਲੀ ਹਾਰਟ ਹੋ ਗਿਆ, ਲੰਗਸ ਹੋ ਗਿਆ, ਉਹਨਾਂ ਦੀਆਂ ਸਾਊਂਡਸ ਨੂੰ ਲਿਸਨ ਕਰਨ ਦੇ ਲਈ ਹੁੰਦਾ ਐਂਡ ਉਹਦੇ ਵਿੱਚ ਵੀ ਕੀ ਹੁੰਦਾ, ਮਲਟੀਪਲ ਰਿਫਲੈਕਸ਼ਨਸ ਹੁੰਦੀਆਂ ਨੇ ਸਾਊਂਡ ਦੀਆਂ। ਠੀਕ ਹੈ ਜੀ, ਇਹ ਇੱਕ ਉਹਦੇ 'ਚ ਦਿਖਾਇਆ ਵੀ ਹੋਇਆ ਕਿ ਸਾਊਂਡ ਜੋ ਹੈ ਇੱਕ ਪਰਟੀਕੂਲਰ ਟਿਊਬ ਦੇ ਵਿੱਚ ਐਵੇਂ ਵਾਰ-ਵਾਰ ਰਿਫਲੈਕਟ ਹੋ ਕੇ ਆਉਂਦੀਆਂ ਨੇ। ਠੀਕ ਹੈ, ਤੇ ਨੈਕਸਟ ਆਪਣੇ ਜਿਵੇਂ ਕਨਸਰਟ ਹਾਲਸ ਹੋ ਗਏ, ਸਿਨੇਮਾ ਹਾਲਸ ਹੋ ਗਏ, ਉਹਨਾਂ ਨੂੰ ਵੀ ਕਰਵਡ ਇਸੇ ਕਰਕੇ ਰੱਖਿਆ ਜਾਂਦਾ ਹੈ ਕਿ ਸੋ ਡੈਟ ਸਾਊਂਡ ਆਫਟਰ ਰਿਫਲੈਕਸ਼ਨ ਰੀਚਿਸ ਆਲ ਕਾਰਨਰਸ ਆਫ ਦ ਹਾਲ। ਨੈਕਸਟ ਆਪਣੇ ਕੋਲ ਆਉਂਦਾ ਟੌਪਿਕ ਰੇਂਜ ਆਫ ਹੀਅਰਿੰਗ, ਕਿ ਆਪਣੇ ਰੇਂਜ ਆਫ ਹੀਅਰਿੰਗ ਕੀ ਆਪਣੇ ਹਿਊਮਨਸ ਦੀ। ਆਪਾਂ ਜੋ ਸਾਊਂਡ ਸੁਣ ਸਕਦੇ ਹਾਂ ਉਹ 20 ਹਾਰਟਸ ਤੋਂ ਲੈ ਕੇ
20,000 ਹਾਰਟਸ ਦੀ ਫ੍ਰੀਕੁਐਂਸੀ ਤੱਕ ਦੀ ਆਪਾਂ ਜੋ ਸਾਊਂਡ ਹੈ ਉਹ ਸੁਣ ਸਕਦੇ ਹਾਂ। ਬਟ ਜਿਹੜੇ ਛੋਟੇ ਬੱਚੇ ਹੁੰਦੇ ਨੇ, ਚਿਲਡਰਨ ਅੰਡਰ ਦ ਏਜ ਆਫ 5, ਠੀਕ ਹੈ, ਜਾਂ ਫਿਰ ਕੁਛ ਜਿਵੇਂ ਆਪਣੇ ਐਨੀਮਲਸ ਹੋ ਗਏ ਸਚ ਐਸ ਡੌਗ, ਉਹ ਅਪ ਟੂ 25 ਹਾਰਟਸ ਵੀ ਸੁਣ ਸਕਦੇ ਨੇ, ਠੀਕ ਹੈ। ਉਸ ਤੋਂ ਬਾਅਦ ਜਿਵੇਂ ਜਿਵੇਂ ਪੀਪਲ ਗਰੋ 올ਡਰ, ਉਵੇਂ ਉਹਨਾਂ ਦੇ ਜਿਹੜੇ ਈਅਰਸ ਨੇ ਉਹ ਲੈਸ ਸੈਂਸਿਟਿਵ ਹੋ ਜਾਂਦੇ ਨੇ ਟੂ ਹਾਈ ਫ੍ਰੀਕੁਐਂਸੀਜ਼, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਜੋ ਫ੍ਰੀਕੁਐਂਸੀਜ਼ ਨੇ ਆਪਾਂ ਉਹਨਾਂ ਨੂੰ 2 ਪਾਰਟਸ ਡਿਵਾਈਡ ਕੀਤਾ, ਅਲਟਰਾਸੋਨਿਕ ਐਂਡ ਇਨਫਰਾਸੋਨਿਕ। ਜੋ ਵੀ ਫ੍ਰੀਕੁਐਂਸੀਜ਼ ਬਿਲੋ ਸਾਊਂਡ, ਜਿਹੜੀ ਵੀ 20 ਹਰਟਸ ਤੋਂ ਘੱਟ ਫ੍ਰੀਕੁਐਂਸੀ ਵਾਲੀ ਹੁੰਦੀ ਹੈ, ਆਪਾਂ ਉਹਨੂੰ ਕਹਿੰਦੇ ਆ ਇਨਫਰਾਸਾਊਂਡ, ਠੀਕ ਹੈ। ਜਿਵੇਂ ਕਿ ਵਾਈਬ੍ਰੇਸ਼ਨਸ ਆਫ ਪੈਂਡੂਲਮ ਜਾਂ ਰਾਈਨੋਸੌਰਸ ਨੇ ਜਿਹੜੇ ਉਹ ਕਮਿਊਨੀਕੇਟ ਕਰਦੇ ਨੇ ਇਨਫਰਾਸੋਨਿਕਸ ਦੇ ਨਾਲ, ਠੀਕ ਹੈ। ਜਿਵੇਂ ਐਨੀਮਲਸ ਨੇ, ਹੁਣ ਅਰਥਕੁਏਕ ਹੈ ਉਹ ਵੀ ਇਨਫਰਾਸੋਨਿਕ ਵੇਵਸ ਹੁੰਦੀਆਂ ਨੇ, ਐਂਡ ਐਨੀਮਲਸ ਨੂੰ ਇਸੇ ਕਰਕੇ ਪਹਿਲਾਂ ਪਤਾ ਲੱਗ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਜਿੰਨੀਆਂ ਵੀ ਫ੍ਰੀਕੁਐਂਸੀਜ਼ ਨੇ ਅਬਵ 20 ਕਿਲੋ ਹਰਟਸ, ਠੀਕ ਹੈ, ਉਹਨਾਂ ਨੂੰ ਆਪਾਂ ਕਹਿੰਦੇ ਆ ਅਲਟਰਾਸਾਊਂਡ। ਐਂਡ ਇਹ ਸਾਊਂਡਸ ਪ੍ਰੋਡਿਊਸ ਹੁੰਦੀਆਂ ਨੇ ਬਾਈ ਡੋਲਫਿਨਸ, ਬੈਟਸ, ਪੋਰਪੋਇਸਿਸ, ਠੀਕ ਹੈ। ਇਹ ਇੰਨੀ ਜ਼ਿਆਦਾ ਅਲਟਰਾਸੋਨਿਕ ਸਾਊਂਡਸ ਨੇ ਜੋ ਉਹਨਾਂ ਨੂੰ ਇਹ ਪ੍ਰੋਡਿਊਸ ਕਰਦੇ ਨੇ। ਹੁਣ ਜੋ ਅਲਟਰਾਸੋਨਿਕ ਸਾਊਂਡਸ ਨੇ, ਅਲਟਰਾਸਾਊਂਡਸ ਕਹਿੰਦੇ ਆਪਾਂ ਜਿਸ ਨੂੰ, ਉਸਦੀਆਂ ਐਪਲੀਕੇਸ਼ਨਸ ਕੀ ਨੇ? ਸੋ ਬੇਸਿਕਲੀ ਅਲਟਰਾਸਾਊਂਡਸ ਕੀ ਹੋ ਗਏ? ਹਾਈ ਫ੍ਰੀਕੁਐਂਸੀ ਵੇਵਸ ਹੋ ਗਈਆਂ ਨਾ, ਫ੍ਰੀਕੁਐਂਸੀ ਬਹੁਤ ਜ਼ਿਆਦਾ ਹਾਈ ਹੈ, ਅਬਵ 20 ਕਿਲੋ ਹਰਟਸ, ਸੋ ਦੇ ਆਰ ਏਬਲ ਟੂ ਟਰੈਵਲ ਅਲੋਂਗ ਵੈਲ ਡਿਫਾਈਨਡ ਪਾਥਸ। ਭਾਵੇਂ ਆਬਸਟੈਕਲ ਵੀ ਹੋਵੇ, ਇਹ ਉਹਨੂੰ ਵੀ ਕ੍ਰਾਸ ਕਰਕੇ ਟਰੈਵਲ ਕਰ ਜਾਂਦੀਆਂ ਨੇ। ਇਸੇ ਕਰਕੇ ਦੇ ਆਰ ਐਕਸਟੈਂਸਿਵਲੀ ਯੂਜ਼ਡ ਇਨ ਇੰਡਸਟਰੀਜ਼ ਐਂਡ ਮੈਡੀਸਿਨਲ ਪਰਪਸਿਸ। ਹੁਣ ਸਭ ਤੋਂ ਪਹਿਲਾਂ ਤਾਂ ਕਿੱਥੇ ਯੂਜ਼ ਹੁੰਦੇ ਨੇ ਆਪਣੇ ਅਲਟਰਾਸਾਊਂਡਸ? ਉਹ ਵਾਲੇ ਪਾਰਟਸ ਜਿਹੜੇ ਕਿ ਹਾਰਡ ਟੂ ਰੀਚ ਨੇ, ਇਲੈਕਟ੍ਰੋਨਿਕ ਕੰਪੋਨੈਂਟਸ ਹੋ ਗਏ, ਠੀਕ ਹੈ, ਜਿਨ੍ਹਾਂ ਨੂੰ ਆਪਾਂ ਈਜ਼ੀਲੀ ਕਲੀਨ ਨਹੀਂ ਕਰ ਸਕਦੇ, ਉਹਨਾਂ ਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ? ਅਲਟਰਾਸੋਨਿਕ ਵੇਵਸ। ਉਸ ਤੋਂ ਬਾਅਦ ਜੋ ਆਪਣੇ ਮੈਟਲ ਬਲੌਕਸ ਨੇ, ਉਹਨਾਂ ਦੇ ਵਿੱਚ ਅਗਰ ਆਪਾਂ ਕੋਈ ਕ੍ਰੈਕਸ ਵਗੈਰਾ ਡਿਟੈਕਟ ਕਰਨੇ ਨੇ, ਕੋਈ ਬ੍ਰਿਜਿਸ ਨੇ, ਬਿਗ ਮਸ਼ੀਨਸ ਨੇ, ਬਿਲਡਿੰਗਸ ਹੋ ਗਈਆਂ, ਹੈ ਨਾ, ਉਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਨੈਕਸਟ ਆਪਣੇ ਕੋਲ ਜੋ ਟਰਮ ਹੈ ਆਪਾਂ ਯੂਜ਼ ਕਰਦੇ ਹਾਂ ਆਪਣੇ ਮੈਡੀਸਿਨਲ ਪਰਪਸ ਦੇ ਵਿੱਚ, ਠੀਕ ਹੈ। ਉਹ ਹੈ ਕਿ ਇਹ ਆਪਣੇ ਵੇਰੀਅਸ ਪਾਰਟਸ ਆਫ ਹਾਰਟ ਐਂਡ ਤੋਂ ਰਿਫਲੈਕਟ ਹੁੰਦੀਆਂ ਨੇ ਐਂਡ ਆਪਣੇ ਹਾਰਟ ਦੀ ਇੱਕ ਇਮੇਜ ਬਣਾ ਦਿੰਦੀਆਂ ਨੇ। ਇਸ ਕਰਕੇ ਜੋ ਆਪਣੀ ਅਲਟਰਾਸੋਨਿਕ ਵੇਵਸ ਨੇ ਉਹ ਈਕੋਕਾਰਡੀਓਗ੍ਰਾਫੀ ਦੇ ਵਿੱਚ ਵੀ ਯੂਜ਼ ਹੁੰਦੀਆਂ ਨੇ। ਉਸ ਤੋਂ ਬਾਅਦ ਅਗਰ ਆਪਣੀ ਇੰਟਰਨਲ ਆਰਗਨਸ ਦੀ ਇਮੇਜਿਸ ਲੈਣੀਆਂ ਹੋਣ ਆਪਾਂ, ਠੀਕ ਹੈ, ਜਿਵੇਂ ਕਿਡਨੀਜ਼ ਹੋ ਗਈ, ਯੂਟਰਸ, ਗਾਲ ਬਲੈਡਰ, ਲੀਵਰ, ਉੱਥੋਂ ਵੀ ਜੋ ਆਪਣੇ ਇਹ ਅਲਟਰਾਸੋਨਿਕ ਵੇਵਸ ਨੇ ਇਹ ਯੂਜ਼ ਹੁੰਦੀਆਂ ਨੇ। ਕਿਵੇਂ ਯੂਜ਼ ਹੁੰਦੀਆਂ ਨੇ? In this technique, the ultrasonic waves travel through the tissues of body and get reflected from the region where there is change in tissue density. ਜਿੱਥੇ ਵੀ ਉਹਨਾਂ ਨੂੰ ਟਿਸ਼ੂ ਦੇ ਵਿੱਚ ਕੋਈ ਵੀ ਨਵਾਂ ਚੇਂਜ ਦਿਖਦਾ ਹੈ, ਠੀਕ ਹੈ, ਡਿਫਰੈਂਸ ਲੱਗਦਾ ਹੈ, ਉਹ ਉੱਥੋਂ ਰਿਫਲੈਕਟ ਹੋ ਜਾਂਦੀਆਂ ਨੇ ਐਂਡ ਇਲੈਕਟ੍ਰੀਕਲ ਸਿਗਨਲਸ ਦੇ ਫਾਰਮ 'ਚ ਇਹ ਕਨਵਰਟ ਹੋ ਜਾਂਦੀਆਂ ਨੇ ਐਂਡ ਦੈਨ ਦੇ ਜਨਰੇਟ ਇਮੇਜਿਸ ਆਫ ਆਰਗਨ। ਐਂਡ ਇਸ ਟੈਕਨੀਕ ਨੂੰ ਆਪਾਂ ਕਹਿੰਦੇ ਹਾਂ ਅਲਟਰਾਸੋਨੋਗ੍ਰਾਫੀ। ਉਸ ਤੋਂ ਬਾਅਦ ਹੋਰ ਕਿਤੇ ਅਲਟਰਾਸੋਨੋਗ੍ਰਾਫੀ ਯੂਜ਼ ਹੁੰਦੀ ਹੈ? ਫॉर द एग्जामिनेशन ऑफ फीटस ड्यूरिंग प्रेगनेंसी, ठीक है, बेबी ਦੀ एग्जामिनेशन ਲਈ ਯੂਜ਼ ਹੁੰਦਾ ਹੈ ਕਿ ਕੋਈ ਆਪਣਾ ਕੋਜੈਨੀਅਲ ਕੋਈ ਡਿਫੈਕਟਸ ਤਾਂ ਨਹੀਂ ਹੈ, ਕੋਈ ਐਬਨੋਰਮੈਲਿਟੀਜ਼ ਤਾਂ ਨਹੀਂ ਹੈ, ਠੀਕ ਹੈ। ਉਸ ਤੋਂ ਬਾਅਦ ਕਈ ਲੋਕਾਂ ਦੇ ਕਿਡਨੀਜ਼ ਦੇ ਵਿੱਚ ਸਟੋਨਸ ਹੋ ਜਾਂਦੇ ਨੇ, ਉਹਨਾਂ ਨੂੰ ਡਿਸਟਰੋਏ ਕਰਨ ਦੇ ਵਿੱਚ ਵੀ ਅਲਟਰਾਸਾਊਂਡ ਯੂਜ਼ ਹੁੰਦਾ ਹੈ। ਵੇਵਸ ਨਾਲ ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਜਾਂਦਾ ਹੈ, ਕ੍ਰਸ਼ ਕਰ ਦਿੱਤਾ ਜਾਂਦਾ ਹੈ ਐਂਡ ਫਿਰ ਉਹ ਜੋ ਕ੍ਰਸ਼ਡ ਹੁੰਦੇ ਨੇ ਉਹ ਦੇ ਗੈਟ ਫਲਸ਼ਡ ਆਊਟ ਵਿਦ ਯੂਰਿਨ। ਉਸ ਤੋਂ ਬਾਅਦ ਨੈਕਸਟ ਜੋ ਆਪਣੇ ਕੋਲ ਟਰਮ ਹੈ ਦੈਟ ਇਜ਼ ਸੋਨਾਰ। ਸੋਨਾਰ ਕੀ ਹੈ? ਸੋਨਾਰ ਜੋ ਹੈ ਇਹਨੂੰ ਆਪਾਂ ਇੱਕ ਐਬਰੀਵੇਸ਼ਨ ਹੈ, ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਇਟ ਸਟੈਂਡਸ ਫॉर ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਸੋ ਬੇਸਿਕਲੀ ਸੋਨਾਰ ਇਜ਼ ਅ ਡਿਵਾਈਸ ਜੋ ਕਿ ਅਲਟਰਾਸੋਨਿਕ ਵੇਵਸ ਨੂੰ ਯੂਜ਼ ਕਰਦਾ ਹੈ to measure the distance, direction and speed of underwater objects. So basically ਜੋ ਆਪਣੇ ships ਵਗੈਰਾ ਹੁੰਦੇ ਨੇ, submarines ਹੁੰਦੀਆਂ ਨੇ, ਉਹਨਾਂ ਦੇ ਵਿੱਚ ਯੂਜ਼ ਹੁੰਦਾ ਹੈ। ਸੋ ਬੇਸਿਕਲੀ ਜੋ ਨੀਚੇ ਅੰਡਰਵਾਟਰ ਕੋਈ ਮਾਊਂਟੇਨਸ ਨੇ, ਕੋਈ ਰਿਜਸ ਨੇ, ਕੋਈ ਆਬਜੈਕਟਸ ਨੇ, ਉਹਨਾਂ ਸਾਰਿਆਂ ਨੂੰ ਡਿਟੈਕਟ ਕਰਨ ਦੇ ਲਈ ਤੇ ਕਿੰਨੇ ਡਿਸਟੈਂਸ 'ਚ ਨੇ ਪਲੱਸ ਕੀ ਡਾਇਰੈਕਸ਼ਨ ਹੈ ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ ਸੋਨਾਰ। ਸੋ ਸੋਨਾਰ 'ਚ ਕੀ ਹੋਏਗਾ? ਇੱਕ ਟਰਾਂਸਮੀਟਰ ਹੋਏਗਾ ਜੋ ਕਿ ਇਨਫੋਰਮੇਸ਼ਨ ਭੇਜਦਾ ਹੈ ਐਂਡ ਇੱਕ ਡਿਟੈਕਟਰ ਹੋਏਗਾ, ਠੀਕ ਹੈ, ਜੋ ਕਿ ਬੋਟ ਜਾਂ ਸ਼ਿਪ ਦੇ ਵਿੱਚ ਇੰਸਟਾਲ ਕੀਤਾ ਹੁੰਦਾ। ਆਪਾਂ ਅੱਗੇ ਫਿਗਰ 'ਚ ਦੇਖ ਲੈਂਦੇ ਹਾਂ। ਹਾਂਜੀ, ਠੀਕ ਹੈ, ਜਿਵੇਂ ਆਪਣੀ ਵਾਟਰ ਸਰਫੇਸ ਹੈ, ਇਹਦੇ ਨੀਚੇ ਡਿਟੈਕਟਰ ਐਂਡ ਟਰਾਂਸਮੀਟਰ ਲਗਾਇਆ ਹੋਇਆ। ਜੋ ਡਿਟੈਕਟਰ ਹੈ ਉਹ ਨੀਚੇ ਡਿਟੈਕਟ ਕਰ ਰਿਹਾ ਐਂਡ ਟਰਾਂਸਮੀਟਰ ਜੋ ਹੈ ਉਹ ਇਨਫੋਰਮੇਸ਼ਨ ਲੈ ਰਿਹਾ। ਹੁਣ ਹੁੰਦਾ ਕੀ ਹੈ? ਦ ਟਰਾਂਸਮੀਟਰ ਪ੍ਰੋਡਿਊਸਿਸ ਐਂਡ ਟਰਾਂਸਮਿਟਸ ਅਲਟਰਾਸੋਨਿਕ ਵੇਵਸ। ਹੁਣ ਟਰਾਂਸਮੀਟਰ ਤੋਂ
waves produce होके नीचे जा रही है, ठीक है. These waves travel through water and after striking the object on the seabed gets reflected back and are sensed by the detector. Detector ਉਹਨਾਂ ਨੂੰ ਕੀ ਕਰਦਾ ਫਿਰ, ਜਿਹੜੀਆਂ ਅਲਟਰਾਸੋਨਿਕ ਵੇਵਸ ਸਟ੍ਰਾਈਕ ਹੋ ਕੇ ਆਈਆਂ ਨੇ ਕਿਸੇ ਆਬਜੈਕਟ ਨਾਲ, ਉਹਨਾਂ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰ ਦਿੰਦਾ ਤਾਂ ਕਿ ਅੱਛੀ ਤਰ੍ਹਾਂ ਉਹ ਇੰਟਰਪ੍ਰੈਟ ਹੋ ਸਕਣ, ਠੀਕ ਹੈ. ਐਂਡ ਫਿਰ ਉੱਥੋਂ ਜਿਹੜੀ ਡਿਸਟੈਂਸ ਹੈ, ਡਾਇਰੈਕਸ਼ਨ ਹੈ, ਉਹ ਸਾਰਾ ਕੈਲਕੂਲੇਟ ਕੀਤਾ ਜਾਂਦਾ ਹੈ. ਹੁਣ ਇਸ ਜੋ ਪ੍ਰੋਸੈਸ ਹੈ ਇਸ ਨੂੰ ਕੀ ਕਹਿੰਦੇ ਆ, ਇਕੋ ਰੇਂਜਿੰਗ. ਐਂਡ ਇਹ ਕਿਸ ਲਈ ਯੂਜ਼ ਹੁੰਦੀ ਹੈ, ਇਟ ਇਜ਼ ਯੂਜ਼ ਟੂ ਡਿਟਰਮਾਈਨ ਕਿ ਸੀ ਦੀ ਡੈਪਥ ਕਿੰਨੀ ਹੈ, ਕੋਈ ਅੰਡਰ ਵਾਟਰ ਹਿਲਸ ਹੋਣ, ਵੈਲੀਜ਼ ਹੋਣ, ਸਬਮਰੀਨਸ, ਕੋਈ ਆਈਸਬਰਗ ਹੋਵੇ, ਠੀਕ ਹੈ, ਕੋਈ ਸੰਕਨ ਸ਼ਿਪ, ਕੋਈ ਡੁੱਬਿਆ ਹੋਇਆ ਜਹਾਜ਼, ਉਹਦੇ ਨਾਲ ਆਪਣਾ ਜਹਾਜ਼ ਨਾ ਸਟ੍ਰਾਈਕ ਕਰ ਜੇ. ਇਹ ਸਾਰੀਆਂ ਚੀਜ਼ਾਂ ਦੇ ਲਈ ਇਕੋ ਰੇਂਜਿੰਗ ਜੋ ਹੈ ਉਹ ਯੂਜ਼ ਹੁੰਦੀ ਹੈ. ਨੈਕਸਟ ਜੋ ਆਪਣੇ ਕੋਲ ਹੈ ਉਹ ਹੈ ਕਿ ਆਪਾਂ ਦੇਖਿਆ ਕਿ ਜੋ ਬੈਟਸ ਨੇ ਉਹ ਦੇ ਫਲਾਈ ਇਨ ਨਾਈਟ, ਹੈ ਨਾ, ਤੇ ਰਾਤ ਨੂੰ ਵੀ ਉਹ ਸ਼ਿਕਾਰ ਕਰਨ ਜਾਂਦੇ ਨੇ. ਹਾਊ ਦੇ ਡੂ ਸੋ, ਉਹ ਕੀ ਕਰਦੇ ਨੇ, ਦੇ ਐਮਿਟ ਕਰਦੇ ਨੇ ਉਹ ਅਲਟਰਾਸੋਨਿਕ ਵੇਵਸ, ਐਂਡ ਉਹ ਵੇਵਸ ਸਟ੍ਰਾਈਕ ਕਰਕੇ ਉਹਨਾਂ ਕੋਲ ਰਿਫਲੈਕਸ਼ਨਸ ਆਉਂਦੀਆਂ ਨੇ ਐਂਡ ਉਹਨਾਂ ਤੋਂ ਉਹ ਇੰਟਰਪ੍ਰੇਟ ਕਰ ਲੈਂਦੇ ਨੇ. ਸੋ ਦੇ ਯੂਜ਼ ਅਲਟਰਾਸਾਊਂਡ ਫॉर देयर ਨੈਵੀਗੇਸ਼ਨ. ਨੈਕਸਟ ਇਜ਼ ਹਿਊਮਨ ਈਅਰ, ਸਟਰਕਚਰ ਆਫ ਹਿਊਮਨ ਈਅਰ. ਹੁਣ ਹਿਊਮਨ ਈਅਰ ਹੀ ਹੈ ਜਿਹੜਾ, ਉਹੀ ਆਪਣਾ ਐਕਸਟ੍ਰੀਮਲੀ ਸੈਂਸਿਟਿਵ ਡਿਵਾਈਸ ਹੈ, ਠੀਕ ਹੈ, ਜੋ ਕਿ ਏਅਰ ਦੇ ਵਿੱਚ ਜੋ ਵੀ ਪ੍ਰੈਸ਼ਰ ਦੀਆਂ ਵੇਰੀਏਸ਼ਨਸ ਆਉਂਦੀਆਂ ਨੇ ਉਹਨਾਂ ਨੂੰ ਇਲੈਕਟ੍ਰਿਕ ਸਿਗਨਲ ਦੇ ਵਿੱਚ ਕਨਵਰਟ ਕਰਕੇ ਆਪਣੇ ਬ੍ਰੇਨ ਤੱਕ ਸੈਂਡ ਕਰਦਾ, ਠੀਕ ਹੈ, ਐਂਡ ਉੱਥੋਂ ਸਿਗਨਲਸ ਲੈਂਦਾ. ਸਭ ਤੋਂ ਪਹਿਲਾਂ ਜੋ ਆਪਣਾ ਆਊਟਰ ਈਅਰ ਹੈ ਨਾ, ਬਾਹਰ ਵਾਲਾ ਈਅਰ, ਉਸ ਨੂੰ ਆਪਾਂ ਕਹਿੰਦੇ ਹਾਂ ਪੀਨਾ. ਸੋ ਉਸ ਪੀਨਾ ਦਾ ਕੀ ਕੰਮ ਹੈ ਕਿ ਉਹਨੇ ਸਰਾਊਂਡਿੰਗਸ ਤੋਂ ਸਾਊਂਡ ਕਲੈਕਟ ਕਰਨੀ ਹੈ, ਠੀਕ ਹੈ. ਹੁਣ ਜੋ ਪੀਨਾ ਨੇ ਸਾਊਂਡ ਕਲੈਕਟ ਕੀਤੀ ਹੈ ਉਹ ਆਪਣੀ ਆਡੀਟੋਰੀ ਕੈਨਾਲ ਦੇ ਨਾਲ ਜਾਏਗੀ ਤੇ ਅੰਦਰ ਜਾ ਕੇ ਆਪਣੇ ਈਅਰ ਡਰਮ ਲੱਗਿਆ ਹੁੰਦਾ ਉਸ ਦੇ ਨਾਲ ਉਹ ਕਨੈਕਟ ਹੋਈ ਹੈ. ਜਦੋਂ ਵੀ ਕੰਪਰੈਸ਼ਨ ਆਈ ਹੈ, ਸਾਊਂਡ ਦੀ ਕੰਪਰੈਸ਼ਨ, ਜਦੋਂ ਵੀ ਆਪਣੇ ਕੋਲ ਵੇਵ ਦੀ ਡਿਸਟਰਬੈਂਸ ਦੀ ਕੰਪਰੈਸ਼ਨ ਆਉਂਦੀ ਹੈ ਈਅਰ ਡਰਮ ਦੇ ਕੋਲ, ਤਾਂ ਈਅਰ ਡਰਮ ਹੈ ਜਿਹੜਾ ਉਹ ਪ੍ਰੈਸ਼ਰ ਦੇ ਨਾਲ ਅੰਦਰ ਨੂੰ ਚਲਾ ਜਾਂਦਾ, ਠੀਕ ਹੈ. ਐਂਡ ਜਦੋਂ ਕੰਪਰੈਸ਼ਨ ਚਲੇਗੀ ਮੀਨਸ ਰੈਰੀਫਿਕੇਸ਼ਨ ਵਾਲਾ ਪਾਰਟ ਆ ਗਿਆ, ਤਾਂ ਉਦੋਂ ਜਿਹੜਾ ਈਅਰ ਡਰਮ ਹੈ ਉਹ ਬਾਹਰ ਨੂੰ ਆ ਜਾਂਦਾ, ਠੀਕ ਹੈ. ਹੁਣ ਕੀ ਹੋ ਰਹੀਆਂ ਨੇ, ਵਾਈਬ੍ਰੇਸ਼ਨਸ ਹੀ ਪ੍ਰੋਡਿਊਸ ਹੋ ਰਹੀਆਂ ਨੇ ਨਾ, ਕੰਪਰੈਸ਼ਨ ਰੈਰੀਫਿਕੇਸ਼ਨ ਇਹਨਾਂ ਆ ਰਹੀਆਂ ਨੇ ਦੋਵੇਂ, ਤਾਂ ਇਹਨਾਂ ਨੂੰ ਐਂਪਲੀਫਾਈ ਕਰ ਦਿੱਤਾ ਜਾਂਦਾ ਹੈ, ਵਧਾ ਦਿੱਤਾ ਜਾਂਦਾ ਹੈ. ਤੇ ਵਧਾਉਂਦਾ ਕੌਣ ਹੈ, ਆਪਣੇ ਕੋਲ 3 ਬੋਨਸ ਨੇ, ਹੈਮਰ, ਐਨਵਿਲ ਐਂਡ ਸਟਾਇਰਪ, ਠੀਕ ਹੈ. ਹੁਣ ਜੋ 3 ਆਪਣੀਆਂ ਬੋਨਸ ਨੇ ਇਨ ਮਿਡਲ ਈਅਰ, ਠੀਕ ਹੈ, ਆਪਣੇ ਕੰਨ ਦੇ ਨਾ ਬਿਲਕੁਲ ਸੈਂਟਰ ਵਾਲੇ ਪੋਰਸ਼ਨ 'ਚ 3 ਬੋਨਸ ਨੇ, ਇਹ ਇਸ ਐਂਪਲੀਫਾਈਡ ਸਿਗਨਲ ਨੂੰ ਆਪਣੇ ਕੰਨ ਦੇ ਅੰਦਰੂਨੀ ਹਿੱਸੇ ਇਨਰ ਈਅਰ ਦੇ ਕੋਲ ਸੈਂਡ ਕਰ ਦਿੰਦੀਆਂ ਨੇ. ਫਿਰ ਉਹ ਇਨਰ ਈਅਰ ਦਾ ਕੀ ਕੰਮ ਹੈ ਕਿ ਉਹਨੇ ਇਹਨਾਂ ਸਿਗਨਲਸ ਨੂੰ ਇਲੈਕਟ੍ਰੀਕਲ ਸਿਗਨਲਸ 'ਚ ਕਨਵਰਟ ਕਰ ਦੇਣਾ ਹੁੰਦਾ, ਠੀਕ ਹੈ. ਕੌਣ ਕਰਦਾ ਇਨਰ ਈਅਰ ਦੇ ਵਿੱਚ, ਕੋਕੈਲੀਆ ਦਾ ਕੀ ਕੰਮ ਹੈ ਕਿ ਉਹਨੇ ਜੋ ਆਪਣੇ ਕੋਲ ਆਈਆਂ ਨੇ ਕੰਪਰੈਸ਼ਨਸ ਐਂਡ ਰੈਰੀਫਿਕੇਸ਼ਨਸ ਐਂਪਲੀਫਾਈ ਹੋ ਕੇ ਉਹਨੇ ਉਹਨਾਂ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰਕੇ ਬ੍ਰੇਨ ਨੂੰ ਭੇਜਣੇ ਵਾਇਆ ਆਡੀਟਰੀ ਨਰਵ ਨੇ ਆਪਣੇ ਸਿਗਨਲਸ ਲੈ ਕੇ ਜਾਣੇ ਨੇ ਐਂਡ ਬ੍ਰੇਨ ਉਸਨੂੰ ਇੰਟਰਪ੍ਰੇਟ ਕਰ ਲੈਂਦਾ ਕਿ ਹਾਂਜੀ ਸਾਊਂਡ ਜੋ ਹੈ ਉਹ ਪ੍ਰੋਡਿਊਸ ਹੋ ਕੇ ਆਪਣੇ ਕੋਲ ਆਈ ਹੈ. So this was all about the chapter sound. is basically कुछ भी नहीं है, simple rarefication and compressions का काम है and 3-4 terms ने amplitude, wavelength, frequency, time period. So stay tuned for the next video जो कि कल होपफुली इवनिंग तक ਆਪਾਂ ਪੋਸਟ ਕਰ ਦਾਂਗੇ, ਜਿਹਦੇ ਵਿੱਚ ਚੈਪਟਰ ਸਾਊਂਡ ਦੇ ਸਾਰੇ MCQs ਨੂੰ ਡਿਸਕਸ ਕਰਾਂਗੇ. So please do like, share, subscribe the channel. Thank you so much.